साध संगत, आपने ਹੁਣ तक गुरबाणी के कीर्तन का और विचारों का लाभ उठाया है। बाकी का थोड़ा समय और जो अपने पास है उसनों भी सफला करने की खेचल करो। वो सफला करने का यही उपाय है, रसना द्वारा शब्द विच बोलो, कन्नां नूं सुण विच लगा के रखो, नेत्रां नूं गुरु स्वरूप के ध्यान विच महव रखो, बुद्ध नाल विचार करी जाओ। इउं कीतिआं मन एकाग्र हुंदा है। यही जी एकाग्रता दा एक एक छिन करोड़ करोड़ अश्मेध यज्ञ का फल रखता है। और परम शांति, पीस ऑफ माइंड, मन की ठंड, जिस वास्ते स्वर्ग के राजे इंद्र जैसे भी बेताब हैं, आके इस शांति वास्ते स्वर्ग का राजा इंद्र जो ऐश्वर्य की अवधि है, ऐश्वर्य का रिकॉर्ड है, उसने किसी महात्मा दियाँ 100 साल के लकड़ां ढोईयां ताकि मन नूं शांति, ठंड, पीस ऑफ माइंड प्राप्त हो जाए। इस करके जो मन टिकता है, शांति सुते प्राप्त होती है और एक एक छिन भी करोड़ करोड़ समेत जग का फल रखता है। इसका महात्म है। इस वास्ते और सारे शब्द बोलिया करो। पहले दास बोलिया करेगा, उस तो बाद सब भाई बोलिया करो, तीसरे पासे सब बीबियाँ गज बज के बोलिया करो। परब सब किछ तेरा जी, मैं किछ नाही, मैं किछ नाही।
है निर्गुण यूंगै सरगुण, केल करत विच स्वामी मेरा। नगर में आप बाहर पुन आपन, पर मेरे का सगल विसेरा। पर सब किछ तेरा जी, मैं किछ नाही, मैं किछ नाही। बाहर पुन आपन, पर मेरे का सगल बसेरा। आपे ही राजन आपे ही राया, कहीं कहीं ठाकुर कहीं कहीं चेरा। का कुदराओ काश बलवंचा, जै जै पेखों तै तै नेरा। साध मूर्त गुर भेट्यो नानक, मिल सागर बूंद नहीं अनहेरा। मेरा मुझ में किछ नहीं, जो कुछ है सो तेरा। तेरा तुझको सौंपते क्या लागे मेरा। प्यारे जो कुछ है सो तेरा, मेरी इत्थे कोई चीज नहीं।
ਗੱਲਾਂ ਨੂੰ ਬਾਹਰੋਂ ਰੁਕਣ ਦੀ ਖੇਚਲ ਕਰੋ। ਪੂਰਾ ਧਿਆਨ ਸ਼ਬਦ ਔਰ ਵਿਚਾਰ ਵਿੱਚ ਜੋੜੋ। ਗੁਰੂ ਬਾਬਾ ਜੀ ਦੀ ਸਿੱਖਿਆ, ਸਾਰੀ ਸਿੱਖਿਆ ਦਾ ਨਿਚੋੜ ਤਾਂ ਇਹੀ ਕੁਛ ਹੈ, ਇਹ ਆਪਣੀ ਹੋਂਦ ਨੂੰ ਗਵਾ ਕੇ ਅਸਲੀਅਤ ਵੱਲ ਦੇਖੇ। ਫੋਕੀ ਆਪਣੀ ਹੋਂਦ ਧਾਰਨ ਕੀਤੀ ਹੋਈ ਹੈ, ਦਰਅਸਲ ਇਸ ਦਾ ਕੁਛ ਵੀ ਨਹੀਂ। ਤਨ ਵੀ ਇਹ ਦਾਨੀ, ਮਨ ਵੀ ਇਹ ਦਾਨੀ, ਧਨ ਵੀ ਇਹ ਦਾਨੀ, ਇਹਦੇ ਸੰਬੰਧ ਕਰਕੇ ਹੋਰ ਵੀ ਕੁਛ ਇਹਦਾ ਨਹੀਂ। ਪਰ ਮੈਂ ਮੇਰੀ ਦੀਆਂ ਅਈਆਂ ਜੀਆਂ ਪੱਕੀਆਂ ਗੰਢਾਂ ਦਿੱਤੀਆਂ ਹਨ, ਪਤਾ ਨਹੀਂ ਕਿੰਨੇ ਜਨਮਾਂ ਤੱਕ ਨਹੀਂ ਖੁੱਲ੍ਹਣੀਆਂ। ਇਹਨਾਂ ਨੇ ਇਸ ਨੂੰ ਬੰਨ੍ਹਿਆ ਹੋਇਆ ਹੈ। ਸਵਾਲ ਕੀਤਾ ਕਿਸੇ ਮੌਕੇ ਸਿੱਖਾਂ ਨੇ ਗੁਰੂ ਚਰਨ ਵਿੱਚ ਗਰੀਬ ਨਵਾਜ਼, ਬੰਨ੍ਹਿਆ ਕਿਉਂ ਗਿਆ? ਇਹ ਜੀਵ ਪਰਮੇਸ਼ਰ ਦੀ ਅੰਸ਼ ਹੋਣ ਕਰਕੇ ਬੰਧਨਾਂ 'ਚ ਕਿਉਂ ਪੈ ਗਿਆ? ਕਹਿਣਗੇ ਵਿੱਚ ਹਉਮੈ ਬੰਧਨ ਵੱਧਦਾ, ਹਉਮੈ ਦੇ ਬੰਧਨਾਂ 'ਚ ਬੰਨ੍ਹਿਆ ਗਿਆ। ਹਉਮੈ ਇੱਕ ਅਣਹੋਈ ਚੀਜ਼ ਹੈ, ਯਾਨੀ ਜਿਸ ਚੀਜ਼ ਦੀ ਹੋਂਦ ਨਾ ਹੋਵੇ ਉਸ ਨੂੰ ਅਣਹੋਈ ਕਹਿੰਦੇ ਹਨ। ਇਸ ਅਣਹੋਈ ਹਉਮੈ ਨੇ ਇਸ ਨੂੰ ਇਹੋ ਜਿਹਾ ਬੰਨ੍ਹਿਆ, ਇਹੋ ਜਿਹਾ ਜਕੜਿਆ, ਇਹੋ ਜਿਹਾ ਦੁਖੀ ਕੀਤਾ, ਬਸ ਦੁੱਖਾਂ ਪਰ ਦੁੱਖ ਸਹਾਰਦਾ, ਬਾਰ ਬਾਰ ਜੰਮਦਾ ਹੈ, ਮਰਦਾ ਹੈ, ਜੰਮਦਾ ਹੈ, ਮਰਦਾ ਹੈ। ਅਨੇਕਾਂ ਆਦਿ ਵਿਆਦ ਉਪਾਦ, ਆਸ਼ਾ ਤ੍ਰਿਸ਼ਨਾ ਚਿੰਤਾ, ਸ਼ਬਦ ਸਪਰਸ਼ ਰੂਪ ਰਸਗੰਧ, ਕਾਮ ਕ੍ਰੋਧ ਲੋਭ ਹੰਕਾਰ, ਵਿਦਿਆ ਸਮਤਾ ਰਾਗ ਦਸ ਭਿੰਨਵੇਸ਼ ਆਦਿ ਅਨੇਕਾਂ ਦੁੱਖਾਂ ਤਕਲੀਫਾਂ ਦਾ ਸ਼ਿਕਾਰ ਹੁੰਦਾ ਚਲਾ ਜਾਂਦਾ। ਸੋ ਇਹ ਮਾਨਵ ਤਨ ਸਿਰਫ ਉਹਨਾਂ ਤੋਂ ਛੁਟਕਾਰਾ ਪਾਉਣ ਵਾਸਤੇ ਮਿਲਿਆ, ਪਰ ਇਸ ਵਿੱਚ ਆ ਕੇ ਵੀ ਕਿਸੇ ਕਿਸੇ ਵਡਭਾਗੇ ਨੂੰ ਇਹ ਸਮਝ ਪੈਂਦੀ ਹੈ, ਮੈਂ ਕਿਉਂ ਆਇਆ, ਕਿਸ ਵਾਸਤੇ ਆਇਆ, ਮੇਰੇ ਆਉਣ ਦਾ ਕੀ ਪ੍ਰਯੋਜਨ ਹੈ। ਮੇਰੇ ਆਉਣ ਦਾ ਪ੍ਰਯੋਜਨ ਦੁਨਿਆਵੀ ਵਿਵਹਾਰਾਂ ਤੱਕ ਹੀ ਮਹਿਦੂਦ ਹੈ ਜਾਂ ਕਿ ਕੁਛ ਹੋਰ ਵੀ ਹੈ। ਦੁਨਿਆਵੀ ਵਿਵਹਾਰ ਜਿਸਮਾਨੀ ਹੱਦ ਤੱਕ ਹਨ। ਜਦੋਂ ਜਿਸਮ ਵਿੱਚੋਂ ਇਹ ਜੀਵਾਤਮਾ ਪ੍ਰਾਣ 'ਤੇ ਸਵਾਰ ਹੋ ਕੇ ਉਡਾਰੀ ਮਾਰ ਗਿਆ, ਉਸ ਮੌਕੇ ਜਿਸਮ ਦੇ ਸਾਰੇ ਕੰਮ ਖਤਮ ਹੋ ਗਏ। ਅਤੇ ਇਹ ਤਾਂ ਇੱਥੇ ਤੱਕ ਹੀ ਇਹ ਸਭ ਦੀ ਹਾਲਤ ਦੇਖਦੇ ਹਾਂ, ਗਰੀਬ ਅਮੀਰ, ਰਾਜਾ ਰਾਣਾ ਬਾਦਸ਼ਾਹ। ਇਹਦਾ ਅਸਲੀ ਕਰਤੱਵ ਜਿਸਨੇ ਉਸ ਨੂੰ ਪਛਾਣ ਲਿਆ ਅਤੇ ਉਸ ਤੇ ਅਮਲ ਕਰਕੇ ਉਸ ਨੂੰ ਪ੍ਰਾਪਤ ਕਰ ਲਿਆ, ਉਸਨੇ ਆਪਣਾ ਕਰ ਲਿਆ। ਬਾਕੀ ਜਨਮ ਬਾਅਦ ਹੀ ਹੈ। ਇਸ ਵਾਸਤੇ ਹੀ ਸਾਨੂੰ ਵਾਰ ਵਾਰ ਗੁਰੂ ਜੀ ਐਸਾ ਉਪਦੇਸ਼ ਕਰਦੇ ਹਨ। यहाँ काट चलो हर लाहा, आगे बसन सुलेमान। काट चलो हर लाहा, आगे बसन सुलेमान।
ਅਰਜਨ ਦੇ ਪੰਚਮ ਪਾਤਸ਼ਾਹ ਸਾਨੂੰ ਬੜੇ ਪਿਆਰ ਨਾਲ ਸਿੱਖਿਆ ਦਿੰਦੇ ਹਨ, ਪ੍ਰੇਮ ਨਾਲ ਸਮਝਾਉਂਦੇ ਹਨ। ਕਰੋ ਬੇਨਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਵੇਲਾ, ਇਹਾਂ ਖਾਟ ਚਲੋ ਹਰ ਲਾਹਾ, ਆਗੇ ਬਸਨ ਸੁਹੇਲਾ। ਐ ਮੇਰੇ ਮਿੱਤਰ ਜਨੋ ਪ੍ਰੇਮੀਓ, ਮੈਂ ਬੇਨਤੀ ਦੇ ਤੌਰ 'ਤੇ ਤੁਹਾਨੂੰ ਕਹਿਣਾ ਹਾਂ, ਇਹ ਮਾਨਵ ਤਨ ਜੋ ਹੈ ਸੰਤਾਂ ਦੀ ਸੇਵਾ ਦਾ ਸਮਾਂ ਹੈ। ਉਹਨਾਂ ਦੀ ਸੰਗਤ ਸੇਵਾ ਕਰਕੇ ਇੱਥੇ ਪਰਮੇਸ਼ਰ ਦੇ ਨਾਮ ਦਾ ਲਾਹਾ ਖਟੋ, ਤਾਂ ਕਿ ਇੱਥੇ ਔਰ ਅੱਗੇ ਦੋਨਾਂ ਜਹਾਨਾਂ ਵਿੱਚ ਸੁਖ ਦੀ ਪ੍ਰਾਪਤੀ ਹੋਵੇ, ਸੁਖ ਨਾਲ ਵਸਣਾ ਹੋਵੇ। ਸਤਿਗੁਰੂ ਨਾਨਕ ਦੇਵ ਮਹਾਰਾਜ ਕਿਸੇ ਪ੍ਰੇਮੀ ਦੇ ਘਰ ਪਹੁੰਚੇ। ਆਪ ਜੀ ਨੇ ਸੱਤਾਂ ਦੀਪਾਂ ਨਵਾਂ ਖੰਡਾਂ ਦੇ ਵਿੱਚ ਥਾਂ ਥਾਂ ਫਿਰ ਕੇ ਉਹ ਲੋਕ ਜਿਹੜੇ ਬਿਲਕੁਲ ਪ੍ਰਭੂ ਤੋਂ ਅਚੇਤ ਸਨ, ਭੁੱਲੇ ਸਨ, ਉਹਨਾਂ ਨੂੰ ਵਾਹਿਗੁਰੂ ਦੇ ਰਸਤੇ ਲਗਾਇਆ। ਜਿਹੜੇ ਕਿਤੇ ਇੱਧਰ ਉੱਧਰ ਗਲਤ ਰਸਤੇ ਵਿੱਚ ਭੁੱਲੇ ਭਟਕਦੇ ਫਿਰਦੇ ਸਨ, ਉਹਨਾਂ ਨੂੰ ਠੀਕ ਰਸਤਾ ਦੱਸਿਆ। ਜਿਹੜੇ ਰਿੱਧੀਆਂ ਸਿੱਧੀਆਂ ਆਦੀਆਂ ਚੇਟਕਾਂ ਵਿੱਚ ਹੀ ਫਸੇ ਸਨ, ਉਹਨਾਂ ਨੂੰ ਦੱਸਿਆ ਪਰਮ ਪਦ ਵੀ ਦੂਰ ਹੈ, ਇਹ ਰਸਤੇ ਦੀ ਮਾਇਆ ਹੈ, ਇਸ ਤੋਂ ਉੱਚੇ ਹੋਵੋ, ਸਿੱਧਾ ਆਦਿ ਨੂੰ ਇਤਿਆਦ। ਗੁਰੂ ਬਾਬਾ ਜੀ ਨੇ ਤਾਰੇ ਗਨੇ ਜਾਤ ਨਾ ਤਾਰੇ ਗਨੇ ਜਾਤ, ਇਤਨੀ ਦੁਨੀਆ ਦਾ ਨਿਸਤਾਰਾ ਕੀਤਾ ਕਿ ਉਹ ਗਿਣਤੀ ਤੋਂ ਹੋਣਾ ਬਾਹਰ ਹੈ। ਪਰ ਭਾਵੇਂ ਆਸਮਾਨ ਵਿੱਚ ਸਿਤਾਰਿਆਂ ਦੀ ਗਿਣਤੀ ਕੋਈ ਕਰ ਲਏ, ਪਰ ਜਿਤਨੇ ਅਧਮ ਜੀਵ ਗੁਰੂ ਬਾਬੇ ਨੇ ਤਾਰੇ, ਉਹਦੀ ਗਿਣਤੀ ਹੋਣੀ ਬਹੁਤ ਮੁਹਾਲ ਹੈ। ਕਦੇ ਸੱਜਣ ਠੱਗ ਜੈਸਿਆਂ ਦੇ ਘਰ ਪਹੁੰਚ ਕੇ ਠੱਗੀ ਤੋਂ ਹਟਾ ਉਸ ਨੂੰ ਗੁਰਮੁਖ ਬਣਾਇਆ, ਕਦੇ ਕੌੜੇ ਰਾਖਸ਼ ਵਰਗਿਆਂ ਨੂੰ ਰਾਖਸ਼ ਸੁਭਾਵ ਦੂਰ ਕਰਕੇ ਦੇਵਤ ਸੁਭਾਵ ਬਖਸ਼ਿਆ, ਕਿਤੇ ਭੂਮੀਏ ਚੋਰ ਵਰਗਿਆਂ ਨੂੰ ਚੋਰੀ ਤੋਂ ਹਟਾ ਕੇ ਉੱਚ ਮੁਰਾਤਬੇ ਦਿੱਤੇ, ਕਿਤੇ ਰਾਜੇ ਸ਼ਿਵਨਾਥ ਵਰਗਿਆਂ ਦੇ ਘਰ ਪਹੁੰਚ ਕੇ ਉਸ ਨੂੰ ਭਗਤ ਯੋਗ ਦਾ ਉਪਦੇਸ਼ ਸੁਣਾਇਆ। ਇਸ ਤਰੀਕੇ ਸਿਰ ਜਥਾ ਯੋਗ ਸਭ ਨੂੰ ਗੁਰੂ ਜੀ ਨੇ ਤਾਰਿਆ, ਸਭ ਦਾ ਉਧਾਰ ਕੀਤਾ। ਇੱਕ ਪ੍ਰੇਮੀ ਸੰਤਾਂ ਦੀ ਸੇਵਾ ਕਰਿਆ ਕਰਦਾ। ਪਰ ਇੱਕ ਸਵਾਲ ਹਰ ਮਹਾਂਪੁਰਸ਼ ਦੇ ਪਾਸ ਕਰਦਾ ਹੁੰਦਾ, ਸੰਤਾਂ ਦੀ ਸੰਗਤ ਦਾ, ਸੰਤਾਂ ਦੀ ਸੇਵਾ ਦਾ, ਪਰ ਉਹਨਾਂ ਦੇ ਦਰਸ਼ਨ ਦਾ ਕੀ ਫਲ ਹੋਇਆ ਕਰਦਾ। ਉਸ ਨੂੰ ਜਥਾ ਯੋਗ ਮਹਾਂਪੁਰਖ ਜਵਾਬ ਦੇ ਜਾਂਦੇ, ਪਰ ਅਜੇ ਤੱਕ ਉਸ ਨੂੰ ਸੰਤੁਸ਼ਟਤਾ ਪ੍ਰਾਪਤ ਨਹੀਂ ਸੀ ਹੋਈ। ਗੁਰੂ ਬਾਬਾ ਜੀ ਉਸ ਦੇ ਪ੍ਰੇਮ ਵਸੀਭੂਤ ਹੋ ਉੱਥੇ ਆਏ, ਕਈ ਦਿਨ ਰਹੇ। ਇਹ ਸਵਾਲ ਉਸਨੇ ਗੁਰੂ ਬਾਬਾ ਜੀ ਦੇ ਚਰਨਾਂ ਵਿੱਚ ਵੀ ਰੱਖਿਆ। ਅਰਜ਼ ਕੀਤੀ, ਗਰੀਬ ਨਵਾਜ਼, ਸੰਤਾਂ ਦੇ ਦਰਸ਼ਨ ਦਾ, ਸੰਗਤ ਦਾ, ਸੇਵਾ ਦਾ ਕੀ ਫਲ ਹੋਇਆ ਕਰਦਾ ਹੈ। ਇਹ ਬਚਨ ਸੁਣ ਕੇ ਉਸਦਾ ਗੁਰੂ ਜੀ ਨੇ ਜਾਣਿਆ ਵੀ ਇਸ ਨੂੰ ਜਵਾਬ ਤਾਂ ਬਹੁਤ ਦਫਾ ਮਿਲ ਚੁੱਕਿਆ ਹੈ, ਪਰ ਅਜੇ ਤੱਕ ਸੰਤੁਸ਼ਟਤਾ ਪ੍ਰਾਪਤ ਨਹੀਂ ਹੋਈ। ਕਿਸੇ ਪ੍ਰੈਕਟੀਕਲ ਜਵਾਬ ਦੀ ਲੋੜ ਹੈ। ਇਉਂ ਗੁਰੂ ਬਾਬਾ ਜੀ ਨੇ ਉਸ ਨੂੰ ਫਰਮਾਇਆ, ਸ਼ਾਮ ਦੇ ਵਕਤ ਜਦੋਂ ਸੂਰਜ ਛਿਪਣ ਵਾਲਾ ਹੋਵੇ, ਤੁਹਾਡੇ ਪਿੰਡ ਦੇ ਲਹਿੰਦੇ ਵੱਲ ਇੱਕ ਛੱਪੜ ਹੈ, ਉਸ ਦੇ ਕਿਨਾਰੇ ਪਹੁੰਚੀ। ਉਹ ਛੱਪੜ ਦੇ ਕਿਨਾਰੇ 'ਤੇ ਤੈਨੂੰ ਜਵਾਬ ਮਿਲੇਗਾ। ਉਸ ਨੇ ਸੋਚਿਆ ਕੋਈ ਉੱਥੇ ਆਦਮੀ ਹੋਵੇਗਾ, ਮੈਨੂੰ ਜਵਾਬ ਦੇਵੇਗਾ। ਉਹ ਸ਼ਾਮ ਦੇ ਵਕਤ ਸੂਰਜ ਛਿਪਣ ਵਾਲਾ ਹੈ, ਉੱਥੇ ਪਹੁੰਚਿਆ। ਚਾਰ ਚੁਫੇਰੇ ਉਹ ਛੱਪੜ ਦੇ ਫਿਰ ਰਿਹਾ ਹੈ, ਪਰ ਗੰਦੇ ਸੁਭਾਅ ਵਾਲੇ ਕਾਵਾਂ ਦਾ ਜੋੜਾ ਬੈਠਾ। ਮੁੜਿਆ ਆਇਆ, ਕਿਉਂਕਿ ਆਦਮੀ ਕੋਈ ਨਹੀਂ ਸੀ, ਇਹ ਜਾਨਵਰ ਸਨ।
आके अर्ज कर दी गुरु बाबा जी के चरणों से नमस्कार करके, सच्चे पातशाह आदमी कोई नहीं मिलिया, एक कामां का जोड़ा बैठा सी। गुरु जी कहन लगे चंगा कल फिर जाई। दूसरे दिन फिर गया, फिर उसी तरह उस छप्पड़ के किनारे फिर रहा है। फिर की देखता है, एक बगलियां का जोड़ा बैठा। बगलियां के रंग चिट्टे होंदे हन, लेकिन बगलियां की खुराक डड्डा आदि होंदी है। यह जा जोड़ा बगलियां का देखिया, बड़ी देर तक फिर फरा के मुड़े आया। आके अर्ज की गरीब आदमी तक कोई नहीं सी, पर एक बगलियां का जोड़ा देखिया। गुरु जी कहने कि चंगा कल फिर जाई। तीसरे दिन फिर जाता है, उत्थे जाके एक हंसा का जोड़ा देखिया। हंसा के रंग सफ़ैद होंदे हन, लेकिन उन्होंने खुराक हीरे मोती या दुध होंदा है। फिर हंस की चुंझ विच खटियाई होंदी है। दुध पानी मिला के किसी बर्तन विच उसके अगे रखो, अपनी चुंझ उस विच पाएगा, खट्टा होने करके दुध पानी फट जाएगा। दुध अलहदा हो जाएगा, पानी अलहदा हो जाएगा। सो दुध खा लेगा, पानी छोड़ देगा। ये हंसा का सुभाव होंदा है। हंसा का जोड़ा देखिया, फिर मुड़े आया के अर्ज कर दी सच्चे पातशाह आदमी तक कोई नहीं सी, पर हंसा का जोड़ा देखिया एक। गुरु जी ने फरमाया कल फिर जाई। ये वचन सुन के घबराया नहीं। ये नहीं जाने भी रोज़ रोज़ भेजते हैं, आदमी तो कोई मिलता नहीं। शरदा के घर में आके चौथे दिन फिर जाता है। अज की देखता है, उत्थे एक देवत्या के दिव्य स्वरूप जोड़ा बैठा। उन्होंने मिलिया, कहन लगा दसो संतां के दर्शन का, उन्होंने संगत का, उन्होंने सेवा का की फल होया करता है। ये वचन सुन के कहन लगे असी ना तक दे संतां का दर्शन किया, जो दर्शन ही नहीं किया संगत कैसे नसीब होवे। जो संगत ही नसीब नहीं, सेवा कैसे हो सके। हाँ, तू संतां दे दर्शन भी करदा, संगत भी करदा, सेवा भी करदा, पर पहले दिन असी तेरे दर्शन किए, असी कामां दे जामे विच सां, साडे विच चेंज आया, परिवर्तन आया, असी बगले बन गए। दूजे दिन बगलियां दे जामे विच तेरे दर्शन किए, होर चेंज आया, होर तबादला आया। फिर असी हंस बन गए। हंसा के जामे भी तेरे दर्शन किए, फिर असी देवता बन गए। इन्ना कहंदियां एक भगवान आया आकाश विचों, बहुत सुंदर भगवान उस विच बैठ गए। बैठ के कहण देखो असी हुण बैकुंठ नूं चले हाँ, तेरे घर रब आया होया, उस तो लाभ उठा ली। इन्ना कह के आकाश नूं उडारी मारी तो चले गए। पर संसा अजे उसनूं बनया ही रहा भी ये गल किवें। घर आया, आके गुरु बाबा जी के चरणों ते शीश रखिया, अर्ज की गरीब नवाज अज एक देवत्या का जोड़ा, उन्हां नाल मैं गलबात की। उन्हां कहा असीं कदे ना संतां दे दर्शन, ना संगत, ना सेवा की है। तूं संतां दे दर्शन भी करदा है, संगत भी करदा है, सेवा भी करदा है। असीं तेरे पहले दिन दर्शन किए, कावां दे जामे विच साडे विच चेंज आया, असीं बगले बने। फिर बगलियां दे जामे विच दर्शन किए, असीं हंस बने। फिर हंसां दे जामे दर्शन कर असीं देवता बन गए। बैकुंठां नूं चले हाँ। ये गल देखी, पर आदमी कोई नहीं मिलिया, मेरा संसार अजे तक दूर नहीं होया। गुरु जी कहन लगे प्रेमियों दरअसल तेरे सवाल का जवाब है, प्रैक्टिकल जवाब है। तेनों जवाब तो कई था मिल चुका सी, पर तेनों संतुष्टता प्राप्त नहीं सी हुई। इस करके तेनों इं इस तरीके से समझाने का यतन किया। पहले पहल ए जी कुसंग के जेरे असर, बुरा लिटरेचर आदि पढ़न करके, बुरियां
ਸੁਸਾਇਟੀਆਂ 'ਚ ਮੂਵ ਕਰਨ ਕਰਕੇ ਬੁਰੀਆਂ ਆਦਤਾਂ ਪੈ ਜਾਂਦੀਆਂ ਹਨ। ਉਹ ਆਦਤਾਂ ਇਸ ਦੇ ਜੀਵਨ ਨੂੰ ਵਿਗਾੜਦੀਆਂ ਹਨ, ਨਰਕਮਈ ਬਣਾ ਦਿੰਦੀਆਂ ਹਨ। ਜਦੋਂ ਇਹ ਕਾਂਵਤ ਹੁੰਦਾ ਇਸ ਤਰੀਕੇ ਸਿਰ, ਇਸ ਨੂੰ ਕਿਤੇ ਗੁਰਮੁਖਾਂ ਦੀ, ਪ੍ਰਭੂ ਪਿਆਰਿਆਂ ਦੀ ਸੰਗਤ ਨਸੀਬ ਹੋ ਜਾਏ ਬੜੇ ਭਾਗਾਂ ਕਰਕੇ, ਤਾਂ ਇਹਦੇ ਜੀਵਨ ਵਿੱਚ ਚੇਂਜ ਆਉਣਾ ਸ਼ੁਰੂ ਹੋ ਜਾਂਦਾ ਹੈ, ਤਬਾਦਲਾ ਆਉਣਾ ਸ਼ੁਰੂ ਹੋ ਜਾਂਦਾ। ਹੌਲੀ ਹੌਲੀ ਇਹ ਬਗਲਿਆਂ ਵੱਤ ਹੋ ਜਾਂਦੇ। ਉੱਪਰੋਂ ਇਸ ਦੀ ਕਿਰਿਆ ਸੁਧਰਦੀ ਹੈ, ਅੰਦਰੋਂ ਅਜੇ ਬਹੁਤਾ ਸੁਧਾਈ ਨਹੀਂ ਹੁੰਦੀ। ਪਰ ਫਿਰ ਜੇ ਉਸ ਤਰੀਕੇ ਸਿਰ ਬਗਲਿਆਂ ਦੇ ਜਾਮੇ ਵੀ ਜਿਵੇਂ ਦਰਸ਼ਨ ਕੀਤੇ, ਇਉਂ ਦਰਸ਼ਨ ਸੰਗਤ ਸੇਵਾ ਕਰਦਾ ਰਹਿੰਦਾ ਹੈ, ਹੋਰ ਜ਼ਿਆਦਾ ਚੇਂਜ ਆਉਂਦਾ ਹੈ, ਹੰਸਾਵਤ ਬਣ ਜਾਂਦਾ। ਹੰਸ ਦੇ ਵਿੱਚ ਸਿਫਤ ਹੁੰਦੀ ਹੈ, ਦੁੱਧ ਪਾਣੀ ਇਕੱਠਾ ਮਿਲਾ ਕੇ ਰੱਖਿਆ ਜਾਵੇ, ਆਪਣੀ ਚੁੰਝ ਉਸ ਵਿੱਚ ਪਾਉਂਦਾ ਹੈ, ਦੁੱਧ ਅੱਡ ਹੋ ਜਾਂਦਾ ਹੈ, ਦੁੱਧ ਦੀਆਂ ਫੁੱਟੀਆਂ ਅਲੱਗਾ ਹੋ ਜਾਂਦੀਆਂ, ਪਾਣੀ ਅੱਡ ਹੋ ਜਾਂਦਾ। ਦੁੱਧ ਖਾ ਲੈਂਦਾ, ਪਾਣੀ ਛੋੜ ਦਿੰਦਾ ਹੈ। ਇਸੀ ਤਰ੍ਹਾਂ ਉਹ ਗੁਰਮੁਖ ਬਣ ਜਾਂਦਾ ਹੈ। ਸੰਸਾਰ ਦੇ ਵਿੱਚ ਦੋ ਚੀਜ਼ਾਂ, ਰੱਬ ਔਰ ਮਾਇਆ, ਇਉਂ ਮਿਲੇ ਜੁਲੇ ਹਨ ਜਿਵੇਂ ਦੁੱਧ ਪਾਣੀ ਮਿਲੇ ਜੁਲੇ ਇੱਕੋ ਹੀ ਪ੍ਰਤੀਤ ਹੁੰਦੇ ਹਨ। ਪਰ ਇਹਨਾਂ ਦੋਨਾਂ ਚੀਜ਼ਾਂ ਨੂੰ ਨਿਖੇੜਨ ਵਾਸਤੇ ਜਦੋਂ ਗੁਰਮੁਖ ਹੁੰਦਾ, ਉਹਦੇ ਪਾਸ ਵਿਵੇਕ ਰੂਪੀ ਚੁੰਝ ਉਸ ਨੂੰ ਪ੍ਰਾਪਤ ਹੁੰਦੀ ਹੈ। ਸਤ ਸਤ ਦੀ ਵਿਚਾਰ ਕਰਕੇ ਅਸਤ ਜੋ ਮਾਇਆ ਹੈ, ਸਤ ਜੋ ਪਰਮੇਸ਼ਰ ਹੈ, ਉਸ ਤੋਂ ਅਲੱਗਾ ਕਰਕੇ ਸਤ ਵਾਹਿਗੁਰੂ ਨਾਲ ਬਿਰਤੀ ਜੋੜ ਦਿੰਦਾ ਹੈ, ਅਸਤ ਤੋਂ ਬਿਰਤੀ ਉਠਾ ਲੈਂਦਾ ਹੈ। ਉਸ ਨੂੰ ਪਰਮਹੰਸ ਜਾਂ ਗੁਰਮੁਖ ਕਹਿੰਦੇ ਹਨ। ਉਹ ਸੰਸਾਰ ਨੂੰ ਤਰ ਜਾਂਦਾ। ਫਿਰ ਉਸ ਦੇ ਵਿੱਚ ਦੈਵੀ ਗੁਣ, ਸਤ ਸੰਤੋਖ, ਦਇਆ, ਧਰਮ ਵਿਚਾਰ, ਸ਼ਾਂਤੀ, ਖਿਮਾ, ਧੀਰਜ, ਵਹਿਵੀ, ਭਗਤੀ ਆਦਿ ਜਿਹੇ ਗੁਣ ਪੈਦਾ ਹੋ ਕੇ, ਦੇਵਤਿਆਂ ਵਾਲੇ ਗੁਣ ਪੈਦਾ ਹੋ ਕੇ ਦੇਵਤਾ ਬਣ ਜਾਂਦਾ ਹੈ। ਦੇਵਤਿਆਂ ਤੋਂ ਵੀ ਉੱਚਾ ਉੱਠ ਕੇ ਆਪਣੀ ਜਿਹੜੀ ਅਸਲੀ ਈਸ਼ਵਰੀ ਅਵਸਥਾ ਹੈ ਉਸ ਵਿੱਚ ਸਥਿਤ ਹੋ ਕੇ ਬੈਕੁੰਠਾਂ ਦਾ ਵਾਸੀ ਬਣਦਾ, ਬੈਕੁੰਠ ਧਾਮ ਨੂੰ ਜਾਂਦਾ ਹੈ। ਇਹ ਸੰਤਾਂ ਦੇ ਦਰਸ਼ਨ ਅਤੇ ਸੰਗਤ ਦਾ ਔਰ ਸੇਵਾ ਦਾ ਫਲ ਹੈ। ਇਸ ਨੂੰ ਗੁਰੂ ਅਰਜਨ ਦੇਵ ਮਹਾਰਾਜ ਇਉਂ ਫਰਮਾਉਂਦੇ ਹਨ। ਸੁਣਿਓ ਮੇਰੇ ਮੀਤਾਂ ਮੈਂ ਮਨ ਸਾਧੂਆਂ ਦੇ ਸੰਗ ਦੀ, ਸੁਣਿਓ ਮੇਰੇ ਮੀਤਾਂ ਮੈਂ ਮਨ ਸਾਧੂਆਂ ਦੇ ਸੰਗ ਦੀ, ਸੁਣਿਓ ਮੇਰੇ ਮੀਤਾਂ ਮੈਂ ਮਨ ਸਾਧੂਆਂ ਦੇ ਸੰਗ ਦੀ, ਸੁਣਿਓ ਮੇਰੇ ਮੀਤਾਂ ਮੈਂ ਮਨ ਸਾਧੂਆਂ ਦੇ ਸੰਗ ਦੀ।
ਅਰਜਨ ਦੇਵ ਮਹਾਰਾਜ ਪੰਚਮ ਪਾਤਸ਼ਾਹ ਇਸ ਸ਼ਬਦ ਵਿੱਚ ਸਾਧੂ ਸੰਗਤ ਦੀ ਮਹਿਮਾ ਵਰਣਨ ਕਰਦੇ ਹਨ। ਪਿੰਗਲ ਪਰਬਤ ਪਾਰ ਪਰੇ, ਖਲ ਚਤਰ ਵਿਕੀਤਾ, ਅੰਧਲੇ ਤਿਰਭੁਵਨ ਸੂਝਿਆ, ਗੁਰੂ ਭੇਟ ਪੁਨੀਤਾ। ਮਹਿਮਾ ਸਾਧੂ ਸੰਗ ਕੀ, ਸੁਨਹੁ ਮੇਰੇ ਮੀਤਾ। ਉਹ ਲੋਕ ਜਿਹੜੇ ਬਿਲਕੁਲ ਹੀ ਗਏ ਗੁਜ਼ਰੇ, ਚੋਰ ਠੱਗ ਡਾਕੂ ਧੜਵੀ, ਬੁਰਾਈਆਂ ਵਿੱਚ ਲੱਗੇ, ਜਿਨ੍ਹਾਂ ਨੇ ਘੋਰ ਨਰਕਾਂ ਵਿੱਚ ਜਾਣਾ ਸੀ, ਜਦੋਂ ਉਹਨਾਂ ਨੂੰ ਕਿਤੇ ਸੰਤਾਂ ਦੀ ਸੰਗਤ ਵੱਡੇ ਭਾਗਾਂ ਕਰਕੇ, ਪੂਰਬਲੇ ਕਿਸੇ ਸੰਸਕਾਰ ਕਰਕੇ ਨਸੀਬ ਹੋ ਜਾਏ, ਉਹ ਬੈਕੁੰਠਾਂ ਦੇ ਅਧਿਕਾਰੀ ਬਣ ਜਾਂਦੇ ਹਨ। ਉਹ ਬੜੇ ਬੜੇ ਰਿਸ਼ੀ ਮੁਨੀ ਬਣ ਜਾਂਦੇ ਹਨ। ਵਾਲਮੀਕ ਲੁਟੇਰਾ ਸੁਣਿਆ, ਵਾਲਮੀਕ ਦੋ ਹੋਏ ਹਨ, ਇੱਕ ਸਤਯੁਗ ਵਿੱਚ ਹੋਇਆ ਹੈ, ਇੱਕ ਦੁਆਪਰ ਯੁੱਗ ਵਿੱਚ ਹੋਇਆ। ਦੁਆਪਰ ਯੁੱਗ ਵਿੱਚ ਜਿਹੜਾ ਵਾਲਮੀਕ ਸੀ ਉਹ ਭੰਗੀ ਸੀ। ਜਦੋਂ ਪਾਂਡਵਾਂ ਨੇ ਯੱਗ ਕੀਤਾ, ਯੱਗ ਸਫਲਾ ਨਾ ਹੋਇਆ, ਘੰਟੇ ਨੇ ਆਵਾਜ਼ ਨਾ ਦਿੱਤੀ, ਕ੍ਰਿਸ਼ਨ ਭਗਵਾਨ ਜੋ ਦੁਆਪਰ ਦਾ ਅਵਤਾਰ ਸੀ, ਉਹਨਾਂ ਨੂੰ ਰਾਜੇ ਯੁਧਿਸ਼ਠਿਰ ਆਜ ਜਿਹੜੇ ਪੰਜੇ ਭਰਾ ਸਨ, ਉਹਨਾਂ ਪੁੱਛਿਆ, ਮਹਾਰਾਜ ਕੀ ਵਿਘਨ ਪੈ ਗਿਆ, ਇਤਨਾ ਰੁਪਇਆ ਖਰਚ ਹੋਇਆ, ਅਰਬਾਂ ਰੁਪਇਆ ਖਰਚ ਹੋਇਆ, ਯੱਗ ਸਫਲਾ ਨਾ ਹੋ ਸਕਿਆ। ਜੋ ਸ਼ਰਤ ਰੱਖੀ ਸੀ ਯੱਗ ਦੀ ਸਫਲਤਾ ਵਿੱਚ, ਘੰਟਾ ਖੁਦ ਬਖੁਦ ਆਵਾਜ਼ ਦੇਵੇਗਾ, ਉਹ ਕਿਉਂ ਨਾ ਹੋਇਆ। ਕ੍ਰਿਸ਼ਨ ਜੀ ਕਹਿਣ ਲੱਗੇ, ਬਈ ਤੁਹਾਡੇ ਯੱਗ ਦੇ ਵਿੱਚ ਇੱਕ ਮਹਾਂਪੁਰਖ ਨਹੀਂ ਆਇਆ। ਕਹਿਣ ਲੱਗੇ, ਇਸ ਤਾਂ ਸਭ ਨੂੰ ਨਿਮੰਤਰਣ ਦਿੱਤਾ ਹੈ, ਸਭ ਨੂੰ ਬੁਲਾਇਆ ਹੈ, ਸਾਡਾ ਕਿਸੇ ਨਾਲ ਫਰਕ ਨਹੀਂ। ਉਹ ਕਹਿਣ ਲੱਗੇ, ਠੀਕ ਹੈ, ਤੁਹਾਡਾ ਕਿਸੇ ਨਾਲ ਫਰਕ ਨਹੀਂ, ਲੇਕਿਨ ਉਹ ਮਹਾਂਪੁਰਖ ਇਹੋ ਜਿਹਾ ਹੈ, ਆਪਣੇ ਆਪ ਨੂੰ ਗੁਪਤ ਰੱਖਣਾ ਚਾਹੁੰਦਾ, ਜ਼ਾਹਰ ਨਹੀਂ ਕਰਨਾ ਚਾਹੁੰਦਾ। ਫਿਰ ਉਹ ਬਹੁਤ ਛੋਟੀ ਸ਼੍ਰੇਣੀ ਵਿੱਚ ਹੈ, ਭੰਗੀ ਘਰਾਣੇ ਵਿੱਚ ਹੈ, ਇਸ ਵਾਸਤੇ ਉਹ ਆਪਣੇ ਆਪ ਨੂੰ ਗੁਪਤ ਰੱਖਣਾ ਚਾਹੁੰਦਾ, ਪਰ ਹੈ ਪੂਰਨ ਪੁਰਖ। ਉਸ ਨੂੰ ਹਰ ਇੱਕ ਨਹੀਂ ਜਾਣਦਾ, ਜਾਂ ਤਾਂ ਉਸ ਨੂੰ ਮੈਂ ਜਾਣਦਾ ਹਾਂ, ਜਾਂ ਕੋਈ ਤ੍ਰਿਕਾਲੀ ਮਹਾਤਮਾ ਜਾਣਦੇ ਹਨ, ਜਾਂ ਆਪਣੇ ਆਪ ਨੂੰ ਉਹ ਆਪ ਜਾਣਦਾ ਹੈ। ਸੋ ਆਪਣੇ ਆਪ ਨੂੰ ਗੁਪਤ ਰੱਖਣਾ ਚਾਹੁੰਦਾ ਹੈ, ਇਸ ਵਾਸਤੇ ਉਹ ਤੁਹਾਡੇ ਜੱਗ ਵਿੱਚ ਨਹੀਂ ਆਇਆ। ਉਸ ਦੇ ਨਾ ਆਉਣ ਕਰਕੇ ਤੁਹਾਡਾ ਜੱਗ ਸਫਲਾ ਨਹੀਂ ਹੋ ਸਕਿਆ। ਇਹ ਤੁਹਾਡੇ ਜੱਗ ਦੇ ਨਾ ਸਫਲਾ ਹੋਣ ਦਾ ਕਾਰਨ ਹੈ। ਇੱਕ ਭੰਗੀ ਬਹੁਤ ਛੋਟੀ ਸ਼੍ਰੇਣੀ ਵਿੱਚ ਵਾਹਿਗੁਰੂ ਦੀ ਭਗਤੀ ਕਰਕੇ ਅੱਜ ਅਮਰ 'ਤੇ ਅਟਲ ਹੈ, ਜਿਹਦੀ ਪ੍ਰਸ਼ੰਸਾ, ਜਿਹਦੀ ਸਿਫਤ ਕ੍ਰਿਸ਼ਨ ਭਗਵਾਨ ਦੁਆਪਰ ਯੁੱਗ ਦਾ ਅਵਤਾਰ ਵੀ ਕਰ ਰਿਹਾ ਹੈ, ਵੀ ਉਹਦੇ ਨਾ ਆਉਣ ਕਰਕੇ ਤੁਹਾਡਾ ਯੱਗ ਸਫਲਾ ਨਹੀਂ ਹੋਇਆ। ਸੋ ਤਦੇ ਗੁਰੂ ਜੀ ਕਹਿੰਦੇ ਨੇ, ਹਰ ਸਿਮਰਨ ਨੀਚੋਂ ਕੁੰਟ ਜਾਤੇ। ਹਰੀ ਦੇ ਸਿਮਰਨ ਕਰਕੇ ਛੋਟੀਆਂ ਛੋਟੀਆਂ ਸ਼੍ਰੇਣੀਆਂ ਜਾਤਾਂ ਵਾਲੇ ਵੀ, ਚਾਹ ਕੁੰਟਾਂ ਦੇ ਵਿੱਚ ਭਗਤ ਭਗਤ ਕਰ ਵੱਜਿਆ, ਚਾਹ ਚੱਕਾਂ ਦੇ ਵਿੱਚ ਚਮਰੇਟਾ। ਇਉਂ ਇਹ ਸਾਰੇ ਭਗਤ ਜਿਹੜੇ ਹੋਏ ਹਨ, ਉਹ ਅੱਜ ਅਮਰ 'ਤੇ ਅਟਲ ਹਨ, ਔਰ ਉਹਨਾਂ ਦੀ ਮਹਿਮਾ, ਉਹਨਾਂ ਦੀ ਅਮਰ ਕੀਰਤੀ ਸਦੀਵੀ ਰਹਿੰਦੀ ਦੁਨੀਆ ਤੱਕ ਰਹੇਗੀ। ਇਉਂ ਗੁਰੂ ਜੀ ਫਰਮਾਉਂਦੇ ਹਨ, ਨੀਚ ਚਾਹੀ ਕੁੰਟੀ ਪ੍ਰਗਟ ਹੋਗੇ, ਜਪ ਕੇ
ਹਰ ਸਿਮਰਨ ਨੀਚੋਂ ਕੁੰਟ ਜਾਤੇ। ਹਰੀ ਦੇ ਸਿਮਰਨ ਕਰਨ ਕਰਕੇ ਛੋਟੀਆਂ ਸ਼੍ਰੇਣੀਆਂ ਵਾਲੇ ਵੀ ਚੌਹਾਂ ਕੁੰਟਾਂ ਵਿੱਚ ਭਗਤ ਭਗਤ ਕਰਕੇ ਅਮਰ ਕੀਰਤੀ ਵਾਲੇ ਹੋਏ। ਇਉਂ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸ੍ਰੀ ਸੁਖਮਨੀ ਸਾਹਿਬ ਸਾਨੂੰ ਇੱਕ ਇਹੋ ਜਿਹੀ ਬਾਣੀ ਦਿੱਤੀ ਜਿਸ ਦੇ 24 ਅਸ਼ਟਪਦੀਆਂ 24 ਸ਼ਲੋਕ ਤਕਰੀਬਨ 24,000 ਅੱਖਰ ਹੈ। ਇੱਕ ਪਾਠ ਰੋਜ਼ਾਨਾ ਕਰ ਲਿਆ ਜਾਏ ਜੋ ਕਿ ਤਕਰੀਬਨ ਘੰਟੇ ਵਿੱਚ ਹੋ ਜਾਂਦਾ ਹੈ। 8 ਪਹਿਰਾਂ ਦੇ ਸਵਾਸ ਸਫਲੇ ਹੋ ਜਾਂਦੇ ਹਨ। 8 ਪਹਿਰਾਂ ਵਿੱਚ ਪ੍ਰਾਣੀ ਨੂੰ ਅਨੁਮਾਨ ਹੈ 24,000 ਸਾਹ ਆ ਜਾਂਦਾ ਹੈ। ਭਾਵੇਂ ਘੱਟ ਵੱਧ ਵੀ ਜਾਂਦੇ, ਇਨਸਾਨ ਦੀ ਕਿਰਿਆ ਦੇ ਅਨੁਸਾਰ ਹੈ। ਇਉਂ ਦੱਸਿਆ ਬੈਠਤ 12 ਚਲਤੇ 18 ਸੋਬਤ ਚੱਲੇ 25 ਮੈਥਨ ਕਰਤੇ 64 ਚਲਤੇ ਕਿਉਂ ਨਾ ਭਜੇ ਜਗਦੀਸ਼। ਇਉਂ ਸਵਾਸਾਂ ਦੀ ਰਫਤਾਰ ਹੈ, ਇਸ ਕਰਕੇ ਘੱਟ ਵੱਧ ਜਾਂਦੇ ਹਨ। ਪਰ 8 ਪਹਿਰਾਂ ਦੇ ਸਵਾਸ ਸਫਲੇ ਹੋ ਜਾਂਦੇ ਨੇ। ਇੱਕ ਪਾਠ ਕਰ ਲਿਆ ਜਾਵੇ, 2 ਪਾਠ ਰੋਜ਼ਾਨਾ ਕਰ ਲਏ ਜਾਣ ਸ੍ਰੀ ਸੁਖਮਨੀ ਸਾਹਿਬ ਦੇ, ਮਹੀਨੇ 'ਚ ਗੁਰੂ ਗ੍ਰੰਥ ਸਾਹਿਬ ਦੇ ਪਾਠ ਦਾ ਫਲ ਹੋ ਜਾਂਦਾ ਹੈ। ਇਸ ਦੇ ਵਿੱਚ 4 ਵੇਦ, 6 ਸ਼ਾਸਤਰ, 18 ਪ੍ਰਾਣ, 27 ਸਿਮਰਤੀਆਂ, ਤੌਰੇਤ, ਇੰਜੀਲ, ਕੁਰਾਨ, ਪੁਰਾਨ, ਜਿਤਨੇ ਮਤ ਮਤਾਂਤਰਾਂ ਦੇ ਧਾਰਮਿਕ ਪੁਸਤਕ ਹਨ ਸਭ ਦਾ ਹੀ ਸਿਧਾਂਤ ਆ ਜਾਂਦਾ ਹੈ। ਕਰੋੜਾਂ ਹੀ ਮਤ ਮਤਾਂਤਰਾਂ ਅਤੇ ਗ੍ਰੰਥਾਂ ਦਾ ਸਿਧਾਂਤ ਕੀ ਹੈ? 4 ਗੱਲਾਂ: ਕਰਮ, ਉਪਾਸਨਾ, ਗਿਆਨ, ਵਿਗਿਆਨ। ਇਹਦੇ ਵਿੱਚ ਚਾਰੇ ਆ ਜਾਂਦੀਆਂ। ਜਿਤਨੇ ਰੂਹਾਨੀ ਭੇਦ ਹਨ ਸਾਰੇ ਇਸ ਵਿੱਚ ਆ ਜਾਂਦੇ ਹਨ। ਸੋ ਇਸ ਦੇ ਅਨੁਸਾਰ ਚੱਲਿਆਂ ਜੀਵਨ ਮੁਕਤ ਮਿਲਦੀ ਹੈ। ਸਰੀਰ ਨੂੰ ਛੱਡ ਕੇ ਵਧੇ ਮੁਕਤੀ ਦੀ ਪ੍ਰਾਪਤੀ ਹੁੰਦੀ ਹੈ। ਸੋ ਸ੍ਰੀ ਸੁਖਮਨੀ ਸਾਹਿਬ ਵਿੱਚ ਗੁਰੂ ਜੀ ਨੇ ਪਹਿਲੀ ਅਸ਼ਟਪਦੀ ਵਿੱਚ ਹੀ ਪ੍ਰਭੂ ਸਿਮਰਨ ਦੇ ਬੇਅੰਤ ਫਾਇਦੇ ਦਰਸਾਏ। ਵਾਹਿਗੁਰੂ ਦੇ ਨਾਮ ਦੇ ਸਿਮਰਨ ਦੇ ਬੇਅੰਤ ਫਾਇਦੇ ਇੱਕ ਨਹੀਂ, ਸਾਰੀ ਅਸ਼ਟਪਦੀ ਪ੍ਰਭੂ ਸਿਮਰਨ ਦੇ ਫਾਇਦਿਆਂ ਵਿੱਚ ਪ੍ਰਭੂ ਸਿਮਰਨ ਦਾ ਆਹ ਫਾਇਦਾ ਹੈ, ਆਹ ਲਾਭ ਹੈ, ਆਹ ਗੁਣ ਹੈ, ਆਹ ਸ਼ਕਤੀ ਹੈ, ਆਹ ਬਰਕਤ ਹੈ। ਜਰਾ ਵਿਚਾਰ ਕਰਕੇ ਦੇਖਿਓ। ਇਸ ਕਰਕੇ ਹੀ ਹਜ਼ੂਰ ਨੇ ਐਸੇ ਫਰਮਾਨ ਕੀਤਾ ਹੈ, ਸਿਮਰ ਪਿਆਰੇ ਨੂੰ ਸਿਮਰੋ, ਸਿਮਰ ਸਿਮਰ
ਸਿਮਰਨ ਦੇ ਬੇਅੰਤ ਫਾਇਦੇ। ਜਿਵੇਂ ਛੋਟਾ ਜਿਹਾ ਬਰੋਟੇ ਦਾ ਬੋਹੜ ਦਾ ਬੀਜ ਹੁੰਦਾ ਹੈ, ਖਸਖਸ ਦੇ ਦਾਣੇ ਜਿੰਨਾ ਉਹਦਾ ਬੀਜ ਹੁੰਦਾ ਹੈ, ਉਸ ਦੇ ਵਿੱਚ ਕਿਤਨਾ ਵੱਡਾ ਬੋਹੜ ਦਾ ਦਰਖਤ ਛੁਪਿਆ ਹੁੰਦਾ ਹੈ। ਦੀਂਦਾ ਨਹੀਂ। ਜੇ ਕਿਸੇ ਨੂੰ ਕਹੋ ਇਹਦੇ ਵਿੱਚ ਕਿੱਡਾ ਵੱਡਾ ਬੋਹੜ ਹੈ, ਸਿਆਣਾ ਪੁਰਸ਼ ਤਾਂ ਵਿਚਾਰ ਦੇ ਬਲ ਕਰਕੇ ਮੰਨ ਲਏਗਾ। ਅਣਜਾਣ ਆਦਮੀ, ਜਿਹੜਾ ਮੂੜ ਆਦਮੀ, ਉਹ ਨਹੀਂ ਮੰਨੇਗਾ। ਕਹਿਣ ਲੱਗਾ ਇਹ ਇਤਨਾ ਛੋਟਾ ਜਿਹਾ ਬੀਜ, ਬੋਹੜ ਦਾ ਦਰਖਤ ਕਿਤਨਾ ਵੱਡਾ ਹੁੰਦਾ, ਇਹਦੇ ਵਿੱਚ ਕਿੱਥੇ ਹੈ? ਲੇਕਿਨ ਹੈ ਉਸ ਦੇ ਵਿੱਚ। ਪ੍ਰਗਟ ਕਦ ਹੁੰਦਾ ਹੈ? ਜਦ ਉਸ ਬੀਜ ਨੂੰ ਜ਼ਮੀਨ ਵਿੱਚ ਗੱਡੀਏ, ਲਗਾਈਏ, ਹੌਲੀ ਹੌਲੀ ਉੱਗਦਾ ਹੈ, ਉਹਨੂੰ ਪਾਣੀ ਵਗੈਰਾ ਦੁਆਰਾ ਉਸ ਦੀ ਪਰਵਰਿਸ਼ ਹੋਵੇ, ਹਰ ਤਰੀਕੇ ਸਿਰ ਕੋਈ ਜਾਨਵਰ ਉਸ ਨੂੰ ਭੰਨ ਤੋੜ ਖਾ ਨਾ ਜਾਏ, ਬਚਾਅ ਹੋਵੇ, ਗਰਮੀ ਸਰਦੀ ਤੋਂ ਬਚਾਅ ਹੋਵੇ, ਕੁਛ ਦੇਰ ਦੇ ਵਿੱਚ ਕਿਤਨਾ ਵੱਡਾ ਬੋਹੜ ਦਾ ਦਰਖਤ ਹੋ ਜਾਂਦਾ ਹੈ। ਇਸੀ ਤਰ੍ਹਾਂ ਹੀ ਹਰ ਇਨਸਾਨ ਦੇ ਅੰਦਰ ਵਾਹਿਗੁਰੂ ਸ੍ਰਿਸ਼ਟੀ ਦਾ ਕਰਤਾ ਹਰਤਾ ਧਰਤਾ ਆਪ ਔਰ ਉਸ ਦੀਆਂ ਸ਼ਕਤੀਆਂ ਸਾਰੀਆਂ ਹੀ ਮੌਜੂਦ ਹਨ, ਪਰ ਦੀਂਦੀਆਂ ਨਹੀਂ। ਪ੍ਰਗਟ ਕਦ ਹੁੰਦੀਆਂ ਹਨ? ਜਦ ਉਸ ਦਾ ਨਾਮ ਜਪਿਆ ਜਾਵੇ। ਨਾਮ ਜਪਿਆ ਉਹ ਸ਼ਕਤੀਆਂ ਅੰਦਰੋਂ ਹੀ ਪ੍ਰਗਟ ਹੁੰਦੀਆਂ ਹਨ, ਅਤੇ ਸ਼ਕਤੀਆਂ ਦਾ ਮਾਲਕ ਵਾਹਿਗੁਰੂ ਵੀ ਅੰਦਰੋਂ ਹੀ ਪ੍ਰਗਟ ਹੁੰਦਾ ਹੈ। ਜਿਵੇਂ ਉਸ ਬੀਜ ਵਿੱਚੋਂ ਬੋਹੜ ਦਾ ਦਰਖਤ ਕਿਤਨਾ ਵੱਡਾ ਪ੍ਰਗਟ ਹੋ ਕੇ ਸਭ ਨੂੰ ਹੀ ਦਿਖਾਈ ਦਿੰਦਾ ਹੈ। ਇਸੀ ਤਰ੍ਹਾਂ ਗੁਰੂ ਜੀ ਫਰਮਾਉਂਦੇ ਹਨ, ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਵੋ, ਸਿਮਰੋ ਜਾਸ ਬਿਸੰਬਰ ਏਕਾ, ਨਾਮ ਜਪਤ ਅਗੰਤ ਅਨੇਕਾ, ਵੇਦ ਪ੍ਰਾਣ ਸਿਮਰ ਸੁਧਾਖਰ, ਕੀਨੇ ਰਾਮ ਨਾਮ ਇੱਕ ਆਖਰ, ਕਿਨਕਾ ਇੱਕ ਜੀ ਬਸਾਵੈ, ਤਾकि ਮਹਿਮਾ ਗਨੀ ਨਾ ਆਵੈ, ਕਾਂਖੀ ਏਕਾ ਦਰਸ ਤੁਹਾਰੋ, ਨਾਨਕ ਪੁਨ ਸੰਗ ਮੋਹਿ ਉਧਾਰੋ। ਇਉਂ ਗੁਰੂ ਜੀ ਨੇ ਅੱਗੇ ਜਾ ਕੇ ਫਿਰ ਕੱਲੀ ਕੱਲੀ ਪੰਕਤੀ ਵਿੱਚ ਪ੍ਰਭੂ ਸਿਮਰਨ ਦਾ ਆ ਫਾਇਦਾ, ਪ੍ਰਭੂ ਸਿਮਰਨ ਦਾ ਆ ਲਾਭ, ਉਸ ਦਾ ਆ ਗੁਣ, ਆ ਸ਼ਕਤੀ, ਆ ਬਰਕਤਾਂ ਆ ਦਰਸਾਈਆਂ ਹਨ। ਇਉਂ ਜਿਨ੍ਹਾਂ ਨੇ ਪਰਮੇਸ਼ਰ ਦਾ ਨਾਮ ਜਪਿਆ, ਸਿਮਰਨ ਕੀਤਾ, ਉਹਨਾਂ ਸਾਰਿਆਂ ਵਿੱਚ ਇਹ ਸ਼ਕਤੀਆਂ ਪ੍ਰਗਟ ਹੋਈਆਂ। ਇਉਂ ਵਾਲਮੀਕ ਦਾ ਜ਼ਿਕਰ ਕਰਦਿਆਂ ਹੋਇਆਂ ਗੁਰੂ ਜੀ ਉੱਥੇ ਇੱਕ ਥਾਂ ਦੱਸਦੇ ਨੇ, ਹਰ ਸਿਮਰਨ ਨੀਚੋਂ ਕੁੰਟ ਜਾਤੇ। ਹਰੀ ਦੇ ਸਿਮਰਨ ਕਰਕੇ ਛੋਟੀਆਂ ਸ਼੍ਰੇਣੀਆਂ ਵਾਲੇ ਵੀ ਚੌਂ ਕੁੰਟਾਂ ਵਿੱਚ ਅਮਰ ਕੀਰਤੀ ਵਾਲੇ ਹੋ ਗਏ। ਜਿਸ ਨੀਚ ਕੋ ਕੋਈ ਨ ਜਾਣੇ, ਨਾਮ ਜਪਤੇ ਚੌਂ ਕੁੰਟੀ ਮਾਨੇ। ਅੱਜ ਉਹਨਾਂ ਦੇ ਜਨਮ ਦਿਨ ਆਦਿ ਮਨਾਏ ਜਾਂਦੇ ਹਨ। ਇਸ ਕਰਕੇ ਇਹ ਵਾਲਮੀਕ ਇਹ ਭੰਗੀ ਸੀ, ਦੁਆਪਰ ਯੁੱਗ ਵਿੱਚ ਹੋਇਆ ਹੈ। ਸੋ ਕ੍ਰਿਸ਼ਨ ਜੀ ਕਹਿੰਦੇ ਹਨ, ਉਹ ਤੁਹਾਡੇ ਯੱਗ ਵਿੱਚ ਨਹੀਂ ਆਏ, ਉਹਨਾਂ ਦੇ ਨਾ ਆਉਣ ਕਰਕੇ ਯੱਗ ਨਹੀਂ ਸਫਲਾ ਹੋਇਆ। ਅਰਬਾਂ ਰੁਪਇਆ ਖਰਚ ਹੋਇਆ, ਸਭ ਕੁਛ ਸਾਰੀ ਖੇਚਲ ਕੀਤੀ, ਸਾਰੀ ਕਿਰਿਆ ਸਭ ਪ੍ਰਯੋਗ ਹੋਇਆ, ਪਰ ਸਿਰਫ ਇਕੱਲੇ ਵਾਲਮੀਕ ਜੀ ਦੇ ਆਉਣ ਕਰਕੇ ਯੱਗ ਨਹੀਂ ਸਫਲ ਹੋ ਸਕਿਆ। ਅਚਰਜ ਬਾਤ ਹੈ। ਸੋ ਇਉਂ ਇਹ ਬਚਨ ਸੁਣ ਕੇ, ਕਿਉਂਕਿ ਇਹਨਾਂ ਨੂੰ ਕ੍ਰਿਸ਼ਨ ਜੀ ਦੇ ਬਚਨਾਂ 'ਤੇ ਵਿਸ਼ਵਾਸ ਸੀ, ਰਾਜਾ ਯੁਧਿਸ਼ਠਰ ਆਪਣੇ ਭਰਾ ਭੀਮ ਸੈਨ ਨੂੰ ਭੇਜਦਾ ਹੈ ਵੀ ਜਾ ਕੇ ਵਾਲਮੀਕ ਜੀ ਨੂੰ ਪ੍ਰਾਰਥਨਾ ਕਰ, ਸਾਡੇ ਗ੍ਰਹਿ ਚਰਨ ਪਾਉਣ, ਗ੍ਰਹਿ ਪਵਿੱਤਰ ਕਰਨ, ਭੋਜਨ ਛਕਣ, ਤਾਂ ਕਿ ਸਾਡਾ ਯੱਗ ਸਫਲਾ ਹੋਵੇ। ਖੈਰ ਇਹ ਭੀਮ ਸੈਨ ਜਾਂਦਾ ਹੈ ਉਹਨਾਂ ਥਾਵਾਂ ਦੇ ਵਿੱਚ ਜਿੱਥੇ ਇਹਨਾਂ ਚੱਕਰਵਰਤੀ ਰਾਜੇ ਨੂੰ ਜਾਣਾ ਹੀ ਉਸ ਸਮੇਂ ਦੇ ਵਿੱਚ ਬਾਇਸੇ ਸ਼ਰਮ ਸੀ। ਟੁੱਟੀਆਂ ਛੱਪਰੀਆਂ, ਟੁੱਟੇ ਝੌਂਪੜੇ, ਇੱਕ ਝੌਂਪੜੇ ਵਿੱਚ ਜਿਹਦੇ ਵਿੱਚ ਬੜੀਆਂ ਬੜੀਆਂ ਮੋਰੀਆਂ, ਮੀਂਹ ਪਵੇ ਤਾਂ ਸਾਰਾ ਅੰਦਰ ਪਾਣੀ ਗਿਰੇ। ਇਹੋ ਜਿਹੇ ਝੌਂਪੜੇ ਵਿੱਚ ਵਾਲਮੀਕ ਜੀ ਆਪਣੇ ਮੈਲੇ ਕੁਚੈਲੇ ਫਟੇ ਪੁਰਾਣੇ ਕੱਪੜਿਆਂ ਵਿੱਚ ਇਉਂ ਲਿਪਟੇ ਹੋਏ ਬੈਠੇ ਹਨ, ਜਿਵੇਂ ਇੱਕ ਬੜਾ ਬੇਕੀਮਤਾ ਹੀਰਾ ਲੀਰਾਂ ਕੁਚੀਰਾਂ ਵਿੱਚ ਲਪੇਟਿਆ ਹੋਵੇ।
ਉਹਨਾਂ ਵਿੱਚ ਲਿਪਟਣ ਕਰਕੇ ਉਹਦੀ ਕੀਮਤ ਨਹੀਂ ਕਿਤੇ ਚਲੀ ਜਾਂਦੀ। ਕੀਮਤ ਉਹਦੀ ਜਿਉਂ ਕਿ ਤਿਉਂ ਹੈ। ਇਸੀ ਤਰ੍ਹਾਂ ਹੀ ਇਹਨਾਂ ਦੀ ਮਹਿਮਾ ਭਾਵੇਂ ਇਹੋ ਜਿਹੇ ਪੁਰਾਣੇ ਚੀਥੜੇ ਆਦਿ ਹਨ, ਕਿਤੇ ਨਹੀਂ ਗਈ। ਉਹ ਮਹਿਮਾ ਤਾਂ ਚਾਰੇ ਵੇਦ, 6 ਸ਼ਾਸਤਰਾਂ, 28 ਪੁਰਾਣ, 27 ਸਿਮਰਤੀਆਂ ਵਿੱਚ ਦਰਜ ਹੈ। ਇਉਂ ਕਰਕੇ ਬੈਠੇ ਹੋਏ ਹਨ। ਜਦੋਂ ਭੀਮਸੈਨ ਪਹੁੰਚਿਆ, ਇਹ ਉੱਠ ਖੜੇ ਹੋਏ। ਕਿਉਂ? ਨਿਮਰਤਾ ਸਤਿਪੁਰਸ਼ਾਂ ਦਾ ਗਹਿਣਾ ਹੁੰਦਾ। ਸੋ ਅੱਗੋਂ ਭੀਮਸੈਨ ਜੀ ਕਹਿਣ, ਮਹਾਰਾਜ ਆਪ ਉੱਠੋ ਨਾ, ਅਸੀਂ ਤੁਹਾਡੇ ਦਰਵਾਜ਼ੇ 'ਤੇ ਰਾਜੇ ਹੋ ਕੇ ਨਹੀਂ ਆਏ, ਅਸੀਂ ਤਾਂ ਭਿਕਸ਼ੂ ਹੋ ਕੇ ਆਏ ਹਾਂ, ਕੁਛ ਮੰਗਣ ਵਾਸਤੇ ਆਏ ਹਾਂ। ਮੰਗਤਾ ਹਮੇਸ਼ਾ ਨੀਵਾਂ ਹੋ ਕੇ ਆਇਆ ਕਰਦਾ ਹੈ, ਤਾਂ ਉਹਨੂੰ ਕੁਛ ਮਿਲਦਾ ਹੈ। ਅੱਗੋਂ ਵਾਲਮੀਕ ਜੀ ਕਹਿਣ ਲੱਗੇ, ਹਾਂ ਭੀਮਸੈਨ ਜੀ, ਤੁਸੀਂ ਚੱਕਰਵਰਤੀ ਰਾਜੇ ਹਿੰਦੁਸਤਾਨ ਦੇ, ਮੈਂ ਇੱਕ ਗਰੀਬ ਭੰਗੀ, ਤੁਸੀਂ ਮੇਰੇ ਟੁੱਟੇ ਝੌਂਪੜੇ ਵਿੱਚ ਆਉਣ ਦੀ ਕਿਉਂ ਖੇਚਲ ਕਰਨੀ ਸੀ? ਮੈਨੂੰ ਹੁਕਮ ਕਰ ਘੱਲਦੇ। ਜੇ ਕੋਈ ਝਾੜੂ ਵਗੈਰਾ ਕਰਨਾ ਸੀ, ਕੋਈ ਇਹੋ ਜਿਹੀ ਸੇਵਾ ਸੀ, ਮੈਂ ਕਰ ਆਉਂਦਾ। ਅੱਗੋਂ ਭੀਮਸੈਨ ਕਹਿਣਗੇ, ਨਹੀਂ ਮਹਾਰਾਜ, ਝਾੜੂ ਵਗੈਰਾ ਨਹੀਂ, ਆਪ ਸਾਡੇ ਗ੍ਰਹਿ ਚੱਲ ਕੇ ਚਰਨ ਪਾਓ, ਸਾਡੇ ਘਰ ਨੂੰ ਪਵਿੱਤਰ ਕਰੋ ਔਰ ਭੋਜਨ ਛਕੋ, ਤਾਂ ਕਿ ਸਾਡਾ ਯੱਗ ਸਫਲਾ ਹੋਵੇ। ਇੱਧਰੋਂ ਵਾਲਮੀਕ ਜੀ ਕਹਿਣ ਲੱਗੇ, ਮੈਂ ਇੱਕ ਗਰੀਬ ਆਦਮੀ, ਗਰੀਬ ਭੰਗੀ ਤੁਹਾਡੇ, ਤੁਸੀਂ ਛਤਰੀ, ਮੈਂ ਭੰਗੀ ਤੁਹਾਡੇ ਚੌਂਕੇ 'ਤੇ ਬੈਠ ਕੇ ਮੈਂ ਭੋਜਨ ਛਕਾਂ, ਇਹ ਮੇਰਾ ਅਧਿਕਾਰ ਕੈਸੇ ਹੈ? ਹਾਂ, ਹੋਰ ਕੋਈ ਸੇਵਾ ਹੈ ਝਾੜੂ ਵਗੈਰਾ ਦਿਓ, ਮੈਂ ਤਿਆਰ ਹਾਂ, ਦੇ ਆਉਣਾ। ਪਰ ਅੱਗੋਂ ਭੀਮਸੈਨ ਜੀ ਕਹਿੰਦੇ, ਨਹੀਂ ਮਹਾਰਾਜ, ਸਾਨੂੰ ਭਗਵਾਨ ਕ੍ਰਿਸ਼ਨ ਦੇ ਬਚਨਾਂ 'ਤੇ ਵਿਸ਼ਵਾਸ ਹੈ। ਆਪ ਪੂਰਨ ਪੁਰਖ ਹੋ, ਆਪ ਤ੍ਰਿਕਾਲੀ ਹੋ, ਤ੍ਰਿਕਾਲਦਰਸ਼ੀ ਹੋ, ਚੱਲ ਕੇ ਸਾਡੇ ਗ੍ਰਹਿ ਨੂੰ ਪਵਿੱਤਰ ਕਰੋ, ਭੋਜਨ ਛਕੋ, ਤਾਂ ਕਿ ਸਾਡਾ ਯੱਗ ਸਫਲਾ ਹੋਵੇ। ਜਦੋਂ ਬਾਰ-ਬਾਰ ਭੀਮਸੈਨ ਨੇ ਕਹਿਣਾ ਨਾ ਹਟਿਆ, ਕ੍ਰਿਸ਼ਨ ਜੀ ਦੇ ਬਚਨ ਦਾ ਹਵਾਲਾ ਦਿੱਤਾ। ਉਸ ਮੌਕੇ ਵਾਲਮੀਕ ਜੀ ਕਹਿਣਗੇ, ਅੱਛਾ ਭੀਮਸੈਨ ਜੀ, ਜੇਕਰ ਮੈਨੂੰ ਲਿਜਾਣਾ ਹੈ ਤਾਂ ਮੈਂ ਇੱਕ ਸ਼ਰਤ 'ਤੇ ਜਾਵਾਂਗਾ। ਮੈਂ ਤੁਹਾਡੇ ਛਤਰੀਆਂ ਦੇ ਚੌਂਕੇ 'ਤੇ ਬੈਠ ਕੇ ਭੋਜਨ ਛਕਣ ਦਾ ਅਧਿਕਾਰ ਨਹੀਂ ਰੱਖਦਾ। ਸ਼ਾਸਤਰ ਐਸੀ ਆਗਿਆ ਨਹੀਂ ਦੇ ਰਿਹਾ, ਮੈਂ ਸ਼ਾਸਤਰ ਮਰਿਆਦਾ ਅਨੁਸਾਰ ਚੱਲਣਾ ਹੈ। ਹਾਂ, ਮੈਨੂੰ ਲੱਗਣਾ ਦੋਸ਼ ਅਗਰ ਮੈਂ ਤੁਹਾਡੇ ਚੌਂਕੇ 'ਤੇ ਬੈਠ ਕੇ ਭੋਜਨ ਛਕਾਂ। ਉਸ ਦੋਸ਼ ਦੀ ਨਿਵਰਤੀ ਵਾਸਤੇ ਪਹਿਲੇ ਮੈਨੂੰ ਇੱਕ ਯੱਗ ਦਾ ਫਲ ਦਿਓ, ਫਿਰ ਮੈਂ ਚੱਲਣ ਨੂੰ ਤਿਆਰ ਹਾਂ, ਵਰਨਾ ਮੈਂ ਨਹੀਂ ਜਾਵਾਂਗਾ। ਇਹ ਸੁਣ ਕੇ ਭੀਮਸੈਨ ਮੁੜਿਆ ਆ ਕੇ ਯੁਧਿਸ਼ਠਰ ਨੂੰ ਕਹਿ ਦਿੱਤਾ, ਉਹ ਤਾਂ ਇੱਕ ਯੱਗ ਦਾ ਫਲ ਮੰਗਦੇ ਹਨ। ਯੁਧਿਸ਼ਠਰ ਕਹਿਣਗੇ, ਇੱਕ ਯੱਗ ਆਰੰਭਿਆ ਸੀ, ਉਹ ਸਫਲਾ ਨਹੀਂ ਹੋਇਆ, ਉਹ ਫਲ ਕਿੱਥੋਂ ਦਈਏ? ਇਹ ਤਾਂ ਬੜੀ ਮੁਸ਼ਕਿਲ ਜੀ ਗੱਲ ਬਣ ਗਈ ਹੈ, ਬੜੀ ਭਾਰੀ ਪ੍ਰੋਬਲਮ ਸਾਡੇ ਅੱਗੇ ਆ ਗਈ ਹੈ। ਖੈਰ ਦੂਜੇ ਭਰਾ ਅਰਜਨ ਨੂੰ ਭੇਜਿਆ, ਨਕਲ ਨੂੰ ਭੇਜਿਆ, ਸਹਿਦੇਵ ਨੂੰ ਭੇਜਿਆ। ਅਖੀਰ ਆਪ ਰਾਜੇ ਯੁਧਿਸ਼ਠਰ ਚੱਲ ਕੇ ਆਇਆ। ਦਰਵਾਜ਼ੇ 'ਤੇ ਵਾਲਮੀਕ ਜੀ ਦੇ ਗਲ ਪੱਲਾ ਪਾਈ ਖੜ੍ਹਾ ਹੋਇਆ ਹੈ। ਇੱਕ ਦਫਾ ਸਵਾਲ ਪੈਦਾ ਹੋਇਆ ਵੀ ਦੁਨੀਆ ਦੇ ਵਿੱਚ ਸਭ ਤੋਂ ਵੱਡਾ ਦਰਜਾ ਰਾਜਿਆਂ ਮਹਾਰਾਜਿਆਂ ਦਾ ਹੈ ਜਾਂ ਸੂਰਮਿਆਂ ਦਾ ਹੈ ਜਾਂ ਵਿਦਵਾਨਾਂ ਦਾ ਹੈ ਜਾਂ ਭਗਤਾਂ ਦਾ ਹੈ? ਕਿਹਦਾ ਵੱਡਾ ਦਰਜਾ ਹੈ? ਤਾਂ ਗੁਰਬਾਣੀ ਉਸ ਦੇ ਜਵਾਬ ਵਿੱਚ ਇਉਂ ਫੈਸਲਾ ਕਰਕੇ ਦੱਸਦੀ ਹੈ, ਪੰਡਤ ਸੂਰ ਛਤਰਪਤ ਰਾਜਾ, ਭਗਤ ਬਰਾਬਰ ਕੋਈ
छत्रपत राजा, भगत बराबर अवर न कोय, होए पुनीत भगवंत भजन ते, आप तरे तारे कुल दोए। हाँ, पंडित वेद वेता ਨੂੰ ਕਹਿੰਦੇ ਹਨ। ਸੂਰਮਾ ਧਰਮ ਵਾਸਤੇ ਜੰਗ ਕਰਨ ਵਾਲਾ, ਛਤਰਪਤ ਰਾਜਾ, ਚੱਕਰਵਰਤੀ ਰਾਜਾ, ਜਿਸ ਰਾਜਾ 'ਤੇ ਕਿਸੇ ਹੋਰ ਰਾਜਾ ਦਾ ਹੁਕਮ ਨਾ ਹੋਵੇ, ਇਹੋ ਜਿਹਾ ਚੱਕਰਵਰਤੀ ਰਾਜਾ। ਇਹਨਾਂ ਸਾਰਿਆਂ ਨਾਲੋਂ ਭਗਤਾਂ ਦਾ ਦਰਜਾ ਵੱਡਾ ਹੈ। ਭਗਤ ਬਰਾਬਰ ਅਵਰ ਨ ਕੋਇ, ਭਗਤਾਂ ਦਾ ਦਰਜਾ। ਉਧਰ ਵਾਲਮੀਕ ਭਾਵੇਂ ਛੋਟੀ ਸ਼੍ਰੇਣੀ ਵਿੱਚ ਭੰਗੀ ਹੈ, ਲੇਕਿਨ ਉਧਰ ਹਿੰਦੁਸਤਾਨ ਦਾ ਚੱਕਰਵਰਤੀ ਰਾਜਾ ਯੁਧਿਸ਼ਠਰ, ਉਹਦੇ ਦਰਵਾਜ਼ੇ ਮੂਹਰੇ ਗਲ 'ਚ ਪੱਲਾ ਪਾਈ ਕਿਸੇ ਯਾਚਨਾ ਵਾਸਤੇ, ਕਿਸੇ ਮੰਗ ਵਾਸਤੇ ਮੰਗਤਾ ਹੋਇਆ ਖੜਾ ਹੈ। ਉਹ ਕਹਿਣ ਲੱਗੇ, ਰਾਜਨ ਆਪ ਕਿਉਂ ਖੇਚਲ ਕੀਤੀ? ਮੈਨੂੰ ਹੁਕਮ ਕਰ ਘੱਲ ਦੇ, ਮੈਂ ਕੋਈ ਝਾੜੂ ਝੂੜੂ ਕਰਨਾ ਸੀ, ਕਰਿਆ ਆਉਂਦਾ। ਕਹਿਣ ਲੱਗਾ, ਨਹੀਂ ਮਹਾਰਾਜ, ਆਪ ਪੂਰਨ ਪੁਰਖ ਹੋ, ਅਸੀਂ ਇਸ ਵਾਸਤੇ ਨਹੀਂ ਆਏ, ਰਾਜ ਆਦਿ ਦਾ ਮਾਣ ਜਾਂ ਹੈਂਕੜ ਰੱਖ ਕੇ ਆਪ ਦੇ ਦਰਵਾਜ਼ੇ 'ਤੇ ਨਹੀਂ ਆਏ। ਅਸੀਂ ਤਾਂ ਇੱਕ ਭਿਕਸ਼ੂ ਬਣ ਕੇ ਆਏ ਹਾਂ। ਹਾਂ, ਇੱਕ ਮੰਗਣ ਵਾਸਤੇ ਆਏ ਹਾਂ। ਸਾਡੇ ਗ੍ਰਹਿ ਚੱਲੋ, ਚਰਨ ਪਾਓ, ਭੋਜਨ ਛਕੋ, ਤਾਂ ਕਿ ਸਾਡਾ ਯੱਗ ਸਫਲਾ ਹੋਵੇ। ਅਰਬਾਂ ਰੁਪਇਆ ਜੋ ਖਰਚ ਹੋਇਆ ਹੈ ਉਹ ਲੇਖੇ ਲੱਗੇ। ਇਹ ਬਚਨ ਸੁਣ ਕੇ ਕਹਿਣ ਲੱਗੇ, ਰਾਜਨ ਮੈਂ ਕਹਿ ਚੁੱਕਾ, ਜੇਕਰ ਮੈਨੂੰ ਲਿਜਾਣਾ ਹੈ, ਮੈਂ ਆਪਣੀ ਮਰਿਆਦਾ ਭੰਗ ਕਰਨ ਲੱਗਾ ਹਾਂ। ਤੁਹਾਡੇ ਚੌਂਕੇ 'ਤੇ ਬੈਠੇ ਮੈਨੂੰ ਦੋਸ਼ ਲੱਗਣਾ ਹੈ। ਉਹਦੀ ਨਿਵਰਤੀ ਵਾਸਤੇ ਮੈਨੂੰ ਇੱਕ ਯੱਗ ਦਾ ਫਲ ਪਹਿਲੇ ਦੇ ਦਿਓ, ਫਿਰ ਚੱਲ ਕੇ ਮੈਂ ਭੋਜਨ ਛਕ ਲਾਂਗਾ, ਵਰਨਾ ਮੈਂ ਨਹੀਂ ਜਾਵਾਂਗਾ। ਉਹ ਵੀ ਮੁੜਿਆ, ਯੁਧਿਸ਼ਠਰ ਵੀ। ਹੁਣ ਫਿਰ ਇਹ ਸਵਾਲ ਪੰਜਾਂ ਭਰਾਵਾਂ ਨੇ ਕ੍ਰਿਸ਼ਨ ਜੀ ਦੇ ਚਰਨਾਂ ਵਿੱਚ ਕੀਤਾ, ਮਹਾਰਾਜ ਆਉਂਦੇ ਨਹੀਂ, ਕਿਉਂ ਨਹੀਂ ਆਉਂਦੇ? ਕਹਿਣ ਲੱਗੇ, ਉਹ ਇੱਕ ਯੱਗ ਦਾ ਫਲ ਮੰਗਦੇ ਹਨ। ਕ੍ਰਿਸ਼ਨ ਜੀ, ਦ੍ਰੋਪਦੀ ਜੋ ਚੱਕਰਵਰਤੀ ਰਾਣੀ ਸੀ ਉਹਨਾਂ ਦੀ, ਉਹਨੂੰ ਬੁਲਾ ਕੇ ਕਹਿਣ ਲੱਗੇ, ਦ੍ਰੋਪਦੀ ਤੂੰ ਜਾ, ਚੱਲ ਕੇ ਨੰਗੇ ਪੈਰੀਂ ਜਾਵੀਂ, ਸ਼ਰਧਾ ਨਾਲ ਜਾਈਂ, 100% ਵਿਸ਼ਵਾਸ ਤੇਰੇ ਚਿੱਤ ਵਿੱਚ ਹੋਵੇ, ਇਹੋ ਜਿਹੇ ਵਿਸ਼ਵਾਸ ਨਾਲ ਜਾਈਂ, ਜਾ ਕੇ ਨਮਸਕਾਰ ਕਰੀਂ, ਅਤੇ ਉਹ ਤੈਨੂੰ ਕਹਿਣ ਕਿ ਇੱਕ ਯੱਗ ਦਾ ਫਲ ਦਿਓ। ਤੂੰ ਅੱਗੋਂ ਇਉਂ ਕਹੀਂ, ਜੋ ਤਤਵੇ ਤੇ ਮਹਾਂਪੁਰਖਾਂ ਵੱਲ ਜਾਂ ਗੁਰੂ ਵੱਲ ਸ਼ਰਧਾ ਸਿੱਧ ਨਾਲ ਚੱਲ ਕੇ ਆਉਂਦਾ ਹੈ, ਉਸ ਨੂੰ ਇੱਕ ਇੱਕ ਕਦਮ ਦਾ ਇੱਕ ਇੱਕ ਯੱਗ ਦਾ ਫਲ ਮਿਲਦਾ ਹੈ। ਧਰਮ ਸ਼ਾਸਤਰ ਨੇ ਐਸੇ ਕਥਨ ਕੀਤਾ ਹੈ। ਸੋ ਇਸ ਦੇ ਅਨੁਸਾਰ ਉਹ ਚੱਲ ਕੇ ਆ ਜਾਣਗੇ, ਕਿਉਂਕਿ ਇਹ ਈਸ਼ਵਰੀ ਕਾਨੂੰਨ ਨੂੰ ਭੰਗ ਕਰਨ ਵਾਲੇ ਹਨ ਨਹੀਂ, ਈਸ਼ਵਰੀ ਕਾਨੂੰਨ ਦੇ ਮੁਤਾਬਿਕ ਅੱਗੇ ਬੰਨੇ ਖੜੇ ਹਨ। ਇਉਂ ਕਰਕੇ ਦ੍ਰੋਪਦੀ ਗਈ। ਉਸਨੇ ਇਸੀ ਤਰ੍ਹਾਂ ਅਰਜ਼ ਕੀਤੀ, ਮਹਾਰਾਜ ਸਾਡੇ ਗ੍ਰਹਿ ਚੱਲ ਭੋਜਨ ਛਕੋ ਔਰ ਗ੍ਰਹਿ ਪਵਿੱਤਰ ਕਰੋ। ਉਹ ਕਹਿਣ ਲੱਗੇ, ਭਾਈ ਬੀਬੀ ਮੈਂ ਤਾਂ ਕਹਿ ਚੁੱਕਾ ਹਾਂ, ਇੱਕ ਯੱਗ ਦਾ ਫਲ ਦਿਓ, ਫਿਰ ਮੈਂ ਚੱਲਾਂਗਾ। ਹਾਂ ਮਹਾਰਾਜ, ਇੱਕ ਯੱਗ ਦਾ ਫਲ ਲੈ ਲਓ। ਦੇਖੋ ਨਾ, ਧਰਮ ਸ਼ਾਸਤਰ ਵਿੱਚ ਐਸੇ ਕਥਨ ਕਰਿਆ ਹੈ, ਜੋ ਗੁਰੂ ਵੱਲ ਜਾਂ ਤਤਵੇਤੇ ਮਹਾਂਪੁਰਖ ਵੱਲ, ਪੂਰਨ ਪੁਰਖ ਵੱਲ ਚੱਲ ਕੇ ਆਉਂਦਾ ਹੈ, ਉਸ ਨੂੰ ਇੱਕ ਇੱਕ ਕਦਮ ਦਾ ਇੱਕ ਇੱਕ ਕਿਸਮੇ ਜਗ ਦਾ ਫਲ ਮਿਲਦਾ ਦੱਸਿਆ ਧਰਮ ਸ਼ਾਸਤਰ ਨੇ। ਯਾਨੀ ਜਿੰਨੇ ਕਦਮ ਕੋਈ ਚੱਲ ਕੇ ਆਉਂਦਾ ਹੈ, ਉਹਨੇ ਕਦਮਾਂ ਦਾ, ਉਹਨੇ ਯੱਗਾਂ ਦਾ ਫਲ ਦੱਸਿਆ। ਇਸ ਕਰਕੇ ਮੈਂ ਜਿੰਨੇ ਕਦਮ ਚੱਲ ਕੇ ਆਈ ਹਾਂ, ਜਾਂਦੇ ਆਪਾਂ ਕਦਮਾਂ ਗਿਣ ਲਵਾਂਗੇ, ਇੱਕ ਕਦਮ ਦਾ ਫਲ ਆਪ ਨੇ ਰੱਖ ਲੈਣਾ, ਬਾਕੀ ਕਦਮਾਂ ਦਾ ਫਲ ਵੀ ਸਾਨੂੰ ਮਿਲੇ ਔਰ ਚੱਲ ਕੇ ਸਾਡੇ ਗ੍ਰਹਿ ਭੋਜਨ ਛਕੋ। ਇਸ ਮਰਿਆਦਾ ਅਨੁਸਾਰ ਆ ਕੇ ਵਾਲਮੀਕ ਜੀ ਨੇ ਉਹਦੇ ਘਰ ਭੋਜਨ ਛਕਿਆ ਸੀ। ਇਹ ਵਾਲਮੀਕ ਹੋਏ ਹਨ ਦੁਆਪਰ ਯੁੱਗ ਦੇ ਵਿੱਚ। ਇੱਕ ਹੋਏ ਨੇ ਸਤਯੁਗ ਦੇ ਵੇਲੇ, ਉਹ ਵਾਲਮੀਕ ਲੁਟੇਰਾ ਸੀ, ਉਹ ਡਾਕੂ ਸੀ, ਉਹ ਧਾੜਵੀ ਸੀ, ਆਏ ਗਏ ਲੋਕਾਂ ਨੂੰ ਲੁੱਟਦਾ ਭੀਲ ਕੌਮ ਦਾ ਸੀ। ਉਹ ਬੜਾ ਕੱਦ ਕਾਠ ਵਾਲਾ। ਇੱਕ ਦਫਾ ਕੁਦਰਤੀ ਮਹਾਤਮਾ ਨੂੰ ਰੋਕ ਲਿਆ ਉਸਨੇ। ਕਹਿਣ ਲੱਗਾ, ਤੁਹਾਡੇ ਪਾਸ ਜੋ ਕੁਛ ਹੈ ਰੱਖ ਦਿਓ। ਮਹਾਤਮਾ ਸਾਧੂ ਕਹਿਣ ਲੱਗੇ, ਸਾਡੇ ਪਾਸ ਕੀ ਹੈ ਭਾਈ?
ਹੈ ਸਾਡੇ ਪਾਸ ਤਾਂ ਗੇਰੂਏ ਰੰਗੇ ਕੱਪੜੇ, 2-2 ਧੇਲੇ ਦੀਆਂ ਤੂੰਬੀਆਂ, ਸਾਡੇ ਪਾਸ ਹੋਰ ਕੁਛ ਨਹੀਂ ਹੈ। ਬਾਕੀ ਜੇ ਤੂੰ ਕਹੇ ਧਨ ਪਦਾਰਥ, ਜਿਹੜਾ ਸਾਡੇ ਪਾਸ ਧਨ ਹੈ, ਆਤਮ ਧਨ, ਉਹ ਤੂੰ ਲੈਣ ਦਾ ਅਧਿਕਾਰੀ ਨਹੀਂ ਹੈ। ਇਸ ਕਰਕੇ ਉਹਨੂੰ ਤੂੰ ਲੈ ਨਹੀਂ ਸਕਦਾ, ਉਹਨੂੰ ਕੋਈ ਖੋਹ ਨਹੀਂ ਸਕਦਾ, ਚੋਰ ਚੱਕਾ ਵੀ ਉਸ ਨੂੰ ਚੁਰਾ ਨਹੀਂ ਸਕਦਾ। ਹਾਂ, ਆਤਮ ਧਨ ਨੂੰ, ਨਾਮ ਧਨ ਨੂੰ ਕੋਈ ਵੀ ਚੁਰਾ ਨਹੀਂ ਸਕਦਾ, ਨਾ ਕੋਈ ਵੰਡਾ ਸਕਦਾ ਹੈ। ਇਸ ਕਰਕੇ ਇਉਂ ਸਾਡੇ ਪਾਸ ਤਾਂ ਆਹੀ ਗੇਰੂਏ ਰੰਗੇ ਕੱਪੜੇ ਹਨ। ਉਹ ਕਹਿਣ ਲੱਗਾ ਇਹ ਦੇ ਦਿਓ ਫਿਰ, ਮੈਂ ਤਾਂ ਕੋਈ ਲੁੱਟੇ ਬਿਨਾਂ ਛੱਡਿਆ ਨਹੀਂ। ਮਹਾਤਮਾ ਕਹਿਣ ਲੱਗੇ ਇਹ ਤੂੰ ਕੀ ਕਰੇਂਗਾ, ਇਹੋ ਜਿਹੇ ਜਿਹੜੇ ਗੇਰੂਏ ਰੰਗੇ ਕੱਪੜੇ ਹਨ ਤੇਰੇ ਕਿਸ ਕੰਮ? ਉਹ ਕਹਿਣ ਲੱਗਾ ਮੇਰੇ ਮਾਤਾ ਹੈ, ਮੇਰੇ ਘਰਵਾਲੀ ਹੈ, ਮੇਰੇ ਬੱਚੇ ਹਨ, ਉਹ ਪਹਿਨ ਲੈਣਗੇ। ਮਹਾਤਮਾ ਕਹਿਣ ਲੱਗੇ ਉਹਨਾਂ ਦੀ ਪਾਲਣਾ ਤੂੰ ਇਉਂ ਲੋਕਾਂ ਨੂੰ ਲੁੱਟ ਕਰਦਾ ਹੈ। ਜਿਸ ਵਕਤ ਤੇਤੋਂ ਹਿਸਾਬ ਮੰਗਿਆ ਜਾਏਗਾ ਉਸ ਮੌਕੇ ਦੱਸ ਕੀ ਉਹ ਤੇਰੇ ਜ਼ਿੰਮੇਵਾਰ ਹੋਣਗੇ ਕਿ ਨਾ? ਇਹ ਗੱਲ ਕਦੇ ਸੋਚੀ ਹੈ ਕਿ ਨਾ? ਧਰਮ ਰਾਜਾ ਵੀ ਕਦੇ ਸੁਣਿਆ ਤਾਂ ਕਿ ਨਾ? ਕਹਿਣ ਲੱਗਾ ਇਹ ਗਿਆਨ ਧਿਆਨ ਮੈਂ ਨਹੀਂ ਸੁਣਨਾ ਚਾਹੁੰਦਾ, ਮੈਂ ਤਾਂ ਬਸ ਤੁਹਾਡੇ ਪਾਸ ਜੋ ਕੁਛ ਹੈ ਉਹ ਖੋ ਰਹਿਣਾ ਹੈ। ਹਾਂ, ਬਾਣੀ ਉਹ ਦੱਸਦੀ ਹੈ, ਤੇਰਾ ਕੋਈ ਵੀ ਨਾ ਬੇਲੀ ਹੋਵੇ, ਪਾਪ ਕੋਈ ਵੀ ਨਾ ਬੇਲੀ ਤੇਰਾ, ਅਨਕਾਇ ਰਾਤੜਿਆ ਵਾਟ ਦੁਹੇਲੀ ਰਾਮ, ਪਾਪ ਕਮਾਉਂਦਿਆਂ ਤੇਰਾ ਕੋਈ ਨਾ ਬੇਲੀ ਰਾਮ। ਕੋਈ ਨਾ ਬੇਲੀ ਹੋਵੇ ਤੇਰਾ ਸਦਾ ਪਛੋਤਾਵੇਂ, ਗੁਣ ਗੋਪਾਲ ਨਾ ਜਪੇ ਰਸਨਾ, ਫਿਰ ਕਦੋਂ ਸੇਦੇ ਆਵਹੀਂ। ਤਰਵਰ ਵਿਛੁੰਨੇ ਨਾ ਪਾਤ ਜੁੜਤੇ, ਜਮ ਮਗ ਗੌਣ ਅਕੇਲੀ, ਬਿਨਵੰਤ ਨਾਨਕ ਬਿਨ ਨਾਮ ਹਰ ਕੇ ਸਦਾ ਫਿਰਤ ਦੁਹੇਲੀ। ਹਾਂ, ਜੋ ਤੂੰ ਪਾਪ ਕਰਕੇ ਆਪਣੇ ਟੱਬਰ ਦੀ ਪਾਲਣਾ ਕਰਦਾ ਹੈ, ਗਲ ਫਾਹੇ ਤੇਰੇ ਪੈਣੇ, ਤੇਰਾ ਕੋਈ ਜ਼ਿੰਮੇਵਾਰ ਨਹੀਂ ਬਣੇਗਾ। ਇਸ ਕਰਕੇ ਇਹ ਵੀ ਕਦੇ ਸੋਚਿਆ ਹੈ? ਉਹ ਕਹਿਣ ਲੱਗਾ ਮੈਂ ਇਹ ਨਹੀਂ ਜਾਣਦਾ, ਜੋ ਕੁਝ ਤੁਹਾਡੇ ਪਾਸ ਹੈ ਉਹ ਰੱਖ ਦਿਓ। ਕਹਿਣ ਲੱਗੇ ਉਹ ਇੱਕ ਸਾਡੀ ਗੱਲ ਮੰਨ, ਸਾਡਾ ਸਭ ਕੁਝ ਖੋ ਕੇ ਬੇਸ਼ੱਕ ਲੈ ਜਾ, ਅਸੀਂ ਇੱਥੇ ਬੈਠੇ ਹਾਂ, ਪਰ ਘਰਦਿਆਂ ਨੂੰ ਸਾਰਿਆਂ ਨੂੰ ਜ਼ਰਾ ਇਕੱਲਿਆਂ ਨੂੰ ਪੁੱਛ ਕੇ ਇਹ ਸਾਨੂੰ ਆ ਕੇ ਦੱਸੀ ਵੀ ਅੱਗੇ ਜਦੋਂ ਜਮਾਂ ਦੇ ਫਾਹੇ ਗਲ ਪੈਣਗੇ, ਧਰਮ ਰਾਜੇ ਦੇ ਦੂਤ ਮੈਨੂੰ ਕੁੱਟਣ ਮਾਰਨਗੇ, ਨਰਕਾਂ 'ਚ ਸਿੱਟਿਆ ਜਾਏਗਾ, ਉਬਾਲਿਆ ਜਾਏਗਾ, ਬੁਲਦੇ ਨਰਕਾਂ ਵਿੱਚ, ਸੱਪ ਠੂਇਆਂ ਵਿੱਚ ਸਿੱਟਿਆ ਜਾਏਗਾ, ਵੜ ਖਾਣਗੇ। ਉਦੋਂ ਤੁਹਾਡਾ ਤੇਰਾ ਜੋ ਜਿਨ੍ਹਾਂ ਨੂੰ ਤੂੰ ਪਾਲਦਾ ਹੈ, ਉਹ ਦੁਨੀਆ ਨੂੰ ਤੰਗ ਕਰਕੇ ਤੇਰਾ ਕੋਈ ਮਦਦਗਾਰ ਹੋਵੇਗਾ ਕਿ ਨਾ? ਇਹ ਜ਼ਰਾ ਪੁੱਛ ਕੇ ਦੱਸੀ। ਹਾਂ, ਕਹਿੰਦਾ ਇਹ ਮੈਂ ਤੁਹਾਨੂੰ ਦੱਸ ਦਿਆਂਗਾ,
पर मैं जो कि तुहाडे पास है वो जरूर खो के लै जाना। महात्मा ने सारे वस्त्र आप ही उतार दिते, एक कपीन मात्र रख लेना, बस तुम्बियां दी और कपड़े की पंड बन के लै गया। घर जाके सिर दिते, उन्होंने कल्ले कल्ले ने पुछना शुरू किया। माता नूं कहंदा, माता जी मैं तेरी पालना करदा, अगे अज मैं सुनिया है भी अगे कोई धर्म राजा है, हिसाब किताब भी तो मंगया जाएगा। जिहड़े बुरे कर्म करते हैं उन्होंने अगे बड़ियां सजावां ते तकलीफां मिलदियां हैं। कि मेरी मदद करोगे कि ना उदों जदों मैनूं कुट्टींदा होवेगा, मैनूं तंग करनगे या मैनूं कुंभी नरक सिट्टणगे। माता कहणगी, बेटा ये गल झूठ, मैं तेरी पालना वास्ते कितने कष्ट उठाए, कितनी तकलीफां उठाइयां। हुण तेरा फर्ज है मेरी पालना करनी बिरध अवस्था विच। इसी वास्ते लोग पुत्र चाहुंदे हैं भी पिछली अवस्था विच बिरध अवस्था हो जाती है सेवा करन, पर हुण मेरी सेवा होर कौन करे तैं करनी। मैं ये नहीं कहती रब दी खलकत नूं तंग कर, मैं तां कहनी हाँ कोई होर किरत कर, तेरा शरीर बहुत तकड़ा नरवा डाढ़ा है, तो इयों मेरी पालना कर, पर मेरी सेवा तू यूँ करनी होर कौन करे। ये सुन के चुप हो गया। उसदे वो अपने घर वाली पास गया, वो पहले ही चंगी सी, कुछ कहनी हुंदी सी रब दी खलकत नूं तंग करना चंगा नहीं। उसनूं जाके पुछण लगा, मैं लोकां नूं लुट पुट के तेरी पालना करदा हाँ, मेरी मदद करेंगी कि ना। सुनिया अगे सजावां मिलदियां न बुरे काम करन वालियां नूं, उदों दस तू मेरी मददगार होवेंगी कि ना। वो कहनी, मैं तो पहले ही कहनी है तुहानूं बई ऐसा काम अच्छा नहीं, रब दी खलक नूं तंग करना चंगा नहीं, कोई होर किरत कर लो, किरत कम बथेरे हैं। इस करके अगे कोई किसी दे नाल नहीं गया। हाँ इन्ने लोगों के सामने देखदे मैनू मेरे माता पिता ने तेरे लड़ लगाया, तेरा फर्ज है मेरी सेवा करनी है, मेरी मदद करनी। इस वास्ते मैं ये नहीं कहती भी लोगों को तंग कर, अगे कोई किसी का नहीं बनता। इसी तरह होर जिहड़े कुछ सियाणे बच्चे सब नूं पुछया, सब वालों जवाब मिल गया। बहुत उदास हो गया, क्योंकि ओह आश्चर्य बात है, अज मैनूं पता लग्या भी अगे हिसाब किताब मंगीदा है, तो अपने जितने रिश्तेदार हैं जिन्हां दी पालना रब दी खलक नूं दुखी करके करदा हाँ, कोई मददगार नहीं होवेगा। ये गल संगल तेरी ही पैणे वाल्मीका। यूँ सोच के बड़ा उदास हो गया। सारा सामान बस्तर तुम्बियाँ वगैरह महात्मा ने लिया के उनके अगे सिट दित्तियां, चरण फड़ ले, कहने महाराज मैं सबनों पुछया आया हाँ, क्षमा करो मेरे ते, मैं बड़े पाप कीते हैं, टके टके पिछे खून किया है, मैनू कोई इहो जिहा उपाय दसो मैं बख्शिया जावां, अगे मैं जमा दे वसना पवां, नरकां च ना जावां, मैनू कोई इहो जिहा उपाय दसो। वैराग हो गया। मन वैराग पिया दर्शन देखने दा, मन वैराग पिया दर्शन देखने दा चाह,
सहेलड़ी जिचर साथी नाल, ये इंसान दो हिस्सों का बनया, रूह और जिस्म। जिस्म फानी चीज़ है, नासवंत चीज़ है, इसका अपना आपा रूह है। रूह नूं पति कथन किया है, देह नूं इत्थे इस्त्री रूप कथन किया है। इस तरीके से दोनों का इस शब्द भी संवाद जनाया। ध्यान दे के सुनो, जरा समझ आएगा। तिचर वसे सहेलड़ी जिचर साथी नाल, जान साथी उठ चलिया ता तन खाकू राल। मन वैराग पिया दर्शन देखने का चाव, तन सो तेरा थान जिचर वसया कंत घर। जियो जियो सब का हाथ, जा उठी चलसी कंतड़ा तो कोई न पूछे तेरी बात। पेवकड़े सौ सेव तू सौहरड़े सुख वस, गुरमिल चज आचार सिख, तुद कदे न लागे दुख। सबनी सौरे वंजना सब मुकलावण हार, नानक धन सुहागणी जिन सौ नार होया। दस्या भी उतनी देर तक ये देह सौखी वसदी है जिन्नी देर तक जीवात्मा रूपी पति ये वसदा है। जदों ये प्राण से सवार हो के ये चला गया, ये दुर्दशा हो जाएगी। इनू फूक देणगे, दब देणगे या कां कुत्ते खा जाएंगे, ये हालत हो जाएगी। इस करके जितनी देर तक देह ते आत्मा का संयोग है, इस तो कम लिया जा सकता, परलोक सवारन वास्ते उपराला किया जा सकता है। इतिहाद वैराग हो गया। महात्मा के चरण पकड़े आके कहणगे, महाराज क्षमा करो, पिछले गुनाह मैं बहुत कीते हैं, टके टके पिछे मैं खून किया, हुण वो भी बख्शे जान, अगे वास्ते मैं सुरखरू हो जा, जमा दे वस ना पवां। धर्मराजा मैनू तंग ना करे, हिसाब किताब ना मंगे, यह जा कुछ उपा दसो। महात्मा कहन लगे, अजे होर कुछ कर ले, रज ले, कसर ना रह जाए। हाँ, कहेंगे नहीं बस आखिरी दिन है, अज तो अगे वास्ते कदे मैं किसी को तंग नहीं कराँगा। सो महात्मा कहन लगे, होर देख। नहीं महाराज कृपा करो दसो। चरणों तो छड्डूंगा जिस वक्त आप मैनू कुछ दसोगे। महात्मा ने फिर इसनूं प्रतिलोम जाप दसिया। लोम अनुलोम विलोम प्रतिलोम 4 किस्म का जाप है। राम शब्द की बजाय राम मम्मा अखर पहले ते रारा पिछू। कहन लगे, जेकर ऐसा है जो तेनू हदायत की जाएगी उसके अनुसार चलना होगा। बहुत अच्छा। उन्होंने कुछ हदायत की तो कहा, ऐ थां बैठ के इस मरा मरा शब्द का जाप कर। जितनी देर तक तेनों आके उठाया ना जाए, अपने आप नहीं इत्थों उठना। सो उसने ऐसा ही किया। जे को बचन कमावे संतन का, सो गुरु प्रसादी तरिए। गुरु अर्जन देव महाराज ने कहा सी, रामदास सरोवर के किनारे भाई जेठा पुराना बुढ़ा आदि सिखा के सवाल करन ते जीव का निस्तारा कैसे होवे। आपने ऐसे फरमाया सी, संतो हो सागर पार उतरिए। जे को बचन कमावे संतन का, सो गुरु प्रसादी तरिए। जो संतां दे बचन ते पहरा देने वाला संसार समुद्र नूं सौखा ही तर जाता है। वाल्मीकि ने जो वचन दसे 100% पहरा दिता। नतीजा ये होया, कुछ सालों के बिरती ऐसी तदाकार हो गई, समाधि लग गई। इत्थे तक उपर दी उड़ उड़ के मिट्टी जम गई, उपर दी टिब्बे जम गए। अखीर महात्मा काफ़ी देर बाद आए। वाल्मीकि उस दबिया बैठा है। उसनों उसों कढ़ के सुरजीत किया ते तत्व ज्ञान का उपदेश किया। वो वाल्मीकि त्रिकालदर्शी होया है। यानी सतयुग के वेले होया, द्वापर युग के वेले कृष्ण रामचंद्र जी विष्णु का 14 कला अवतार होए, जिन्हां ने रावण कुंभकर्ण आदि नूं मारना सी। ये उन्होंने निमित्त सी। अवतार कई किस्म के होंगे, नित्य निमित्त पूर्ण पूर्णतम अनुसा आवेशा आदि। सो यूँ निमित्त सी इन्हां दा। सो जो कुछ इन्हां ने करना सी आके जिन्हें जिन्हें तक 1000 साल पहले ही इस वाल्मीकि ने अपने अनुभव द्वारा लिख दिते।
ਇੰਨੀਆਂ ਨੇ ਤ੍ਰਿਕਾਲ ਦਰਸ਼ਤਾ ਅੰਤਰਯਾਮਤਾ ਭਜਨ ਕਰਨ ਕਰਕੇ ਹੋਈ। ਇਹ ਕਾਹਦੀ ਬਰਕਤ? ਸਾਰੀ ਸਤਸੰਗ ਦੀ ਮਹਿਮਾ। ਇਸ ਵਾਸਤੇ ਹੀ ਗੁਰੂ ਜੀ ਕਹਿੰਦੇ ਨੇ ਅੰਧਲੇ ਤਿਰਪਣ ਸੂਝਿਆ ਗੁਰੂ ਭੇਟ ਪਨੀਤਾ। ਅਗਿਆਨੀ ਨੂੰ ਤਿੰਨਾਂ ਕਾਲਾਂ ਦੀ ਸੋਝੀ ਹੋਆਈ। ਗੁਰੂ ਸ਼ਰਨ ਵਿੱਚ ਆ ਗਏ ਤਾਂ ਤੇ ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ। ਸਕੂਲਾਂ ਕਾਲਜਾਂ ਵਿੱਚ ਜਿਵੇਂ ਕਿਸੇ ਨੇ ਡਾਕਟਰ ਬਣਨਾ ਹੋ, ਬੈਰਿਸਟਰ ਬਣਨਾ ਹੋ, ਇੰਜੀਨੀਅਰ ਬਣਨਾ ਹੋਵੇ ਜਾਂ ਕੁਛ ਹੋਰ, ਕੀ ਉਸ ਦੇ ਵਾਸਤੇ ਸਾਧਨ ਹੈ? ਸਕੂਲਾਂ ਕਾਲਜਾਂ ਵਿੱਚ ਦਾਖਲ ਹੋਣਾ। ਇਹਨਾਂ ਰਾਹੀਂ ਹੀ ਸਾਰੇ ਡਾਕਟਰ, ਬੈਰਿਸਟਰ, ਇੰਜੀਨੀਅਰ ਵਗੈਰਾ ਬਣੇ ਹਨ। ਜਿਵੇਂ ਦੁਨਿਆਵੀ ਇਹਨਾਂ ਰੁਤਬਿਆਂ ਦਾ ਉਪਾਅ ਸਤਸੰਗ ਨੇ ਕਾਲਜ ਜਾਂ ਸਕੂਲ ਹੀ ਹੁੰਦੇ ਹਨ। ਇਸੀ ਤਰ੍ਹਾਂ ਹੀ ਪਰਮਾਰਥਕ ਤਰੱਕੀ ਦਾ ਕਾਰਨ ਸਤਸੰਗ ਰੂਪੀ ਸਕੂਲ ਹੀ ਹੈ। ਸੋ ਸਤਸੰਗ ਦੁਆਰਾ ਹੀ ਇਹ ਜੀਵ ਆਪਣੇ ਜਨਮ ਨੂੰ ਸਫਲਾ ਕਰ ਸਕਦਾ ਹੈ। ਤਦ ਹੀ ਕਿਸੇ ਮਹਾਂਪੁਰਸ਼ ਨੇ ਕਿਹਾ, ਮਾਨਸ ਜਨ ਦੁਰਲਭ ਕੋ ਪਾਏ ਕੇ ਸੰਤਨ ਕਾ ਸਤਸੰਗ ਕਰੋ ਰੇ। ਜੇ ਤੁਮ ਤੇ ਸਤਸੰਗ ਨ ਹੋਵਤ ਨਾਮ ਜਪੁ ਅਰਦਾਨ ਕਰੋ ਰੇ। ਨਾਮ ਅਰਦਾਨ ਦੋ ਨਹੀਂ ਹੋਵਤ ਤਾਂ ਪਾਪਾਂ ਕੀ ਪੋਟ ਨਾ ਸੀਸ ਧਰੋ ਰੇ। ਜੇਕਰ ਪਾਪਾਂ ਤੇ ਨਾਹੇ ਬਚੋ ਇਸ ਜੀਵਨ ਤੇ ਮਰ ਜਾਣ ਭਲੋ ਰੇ। ਇਉਂ ਦੱਸਿਆ, ਪਹਿਲੀ ਗੱਲ ਸੰਤਾਂ ਦੀ ਸੰਗਤ ਕਰਕੇ ਤਤ ਗਿਆਨ ਬ੍ਰਹਮ ਗਿਆਨ ਦੀ ਪ੍ਰਾਪਤੀ ਕਰ ਲੈ, ਤਾਂ ਕਿ ਅੱਗੇ ਵਾਸਤੇ ਸਦਾ ਵਾਸਤੇ ਜਨਮਣ ਦੇ ਬੰਧਨ ਕੱਟੇ ਜਾਣ। ਅਗਰ ਐਸਾ ਨਹੀਂ ਕਰ ਸਕਦਾ, ਇਹਦੇ ਵਾਸਤੇ ਵਕਤ ਦੀ ਲੋੜ ਹੈ, ਤਾਂ ਆਪਣੇ ਘਰ ਦੇ ਕੰਮ ਕਾਰ ਵੀ ਕਰੀ ਜਾ, ਨਿਤਨੇਮ ਵੀ ਰੋਜ਼ ਭਜਨ ਦਾ ਕਰੀ ਜਾ, ਔਰ ਆਪਣੀ ਕਿਰਤ ਵਿੱਚੋਂ ਦਾਨ ਆਦਿ ਦਸਵੰਧ ਆਦਿ ਇਹ ਕਰੀ ਜਾ। ਇਉਂ ਵੀ ਸਫਲਤਾ ਹੋ ਜਾਏਗੀ। ਅਗਰ ਇਹ ਵੀ ਨਹੀਂ ਤੂੰ ਕਰ ਸਕਦਾ ਤਾਂ ਫਿਰ ਪਾਪਾਂ 'ਤੇ ਬਚਿਆ ਰਹਿ। ਜੇਕਰ ਪਾਪਾਂ 'ਤੇ ਨਹੀਂ ਬਚਿਆ ਜਾਂਦਾ ਫਿਰ ਤਾਂ ਕਹਿੰਦੇ ਨੇ ਵੀ ਚੱਪਣੀ 'ਚ ਨੱਕ ਡੁਬੋ ਕੇ ਮਰ ਜਾ, ਹੋਰ ਕੁਛ ਨਹੀਂ ਕਰਨਾ। ਇੱਦੋਂ ਜ਼ਿਆਦਾ ਨਹੀਂ ਹੈ। ਇਸ ਵਾਸਤੇ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ, ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ। ਦੁਨਿਆਵੀ ਤਰੱਕੀ ਦਾ ਕਾਰਨ ਸਕੂਲ ਕਾਲਜ, ਪਰਮਾਰਥ ਤਰੱਕੀ ਦਾ ਕਾਰਨ, ਜ਼ਿੰਦਗੀ ਦੀ ਸਫਲਤਾ ਦਾ ਕਾਰਨ ਸਤਸੰਗ ਹੀ ਹੈ, ਸਾਧੂ ਸੰਗਤ ਹੀ ਗੁਰੂ ਜੀ ਨੇ ਦੱਸੀ ਹੈ। ਸੁਣਿਓ ਮੇਰੇ ਮੀਤਾ, ਮਹਿਮਾ ਸਾਧੂ